ਜਿਹਦੇ ਵਿੱਚ ਅਸੀਂ ਜ਼ਬੂਰਾਂ ਦੀ ਚੌਥੀ ਕਿਤਾਬ 'ਚ ਜਾਵਾਂਗੇ। ਤਾਂ ਅੱਜ ਦੇ ਐਪੀਸੋਡ 'ਚ ਅਸੀਂ ਜ਼ਬੂਰ 90 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਉਹ ਸਾਨੂੰ ਇੱਕ ਜ਼ਬੂਰ ਦਾ ਪਹਿਲਾ ਹਿੱਸਾ ਗਾ ਕੇ ਸੁਣਾਉਣਗੇ। जी जय मसीह दी सारिਆਂ ਨੂੰ। ਤੇ ਜਿਹੜਾ ਜ਼ਬੂਰ ਦਾ ਪਹਿਲਾ ਹਿੱਸਾ ਇਹ ਮੈਂ ਗਾ ਕੇ ਸੁਣਾਵਾਂਗਾ। ਤੂੰ ਪੁਸ਼ਤ ਦਰ ਪੁਸ਼ਤ ਖੁਦਾਇਆ ਰਿਹਾ ਪਨਾਹ ਸਾਡੀ। तू पुश्त दर पुश्त खुदाया रहया पनाह साडी। तू पुश्त दर पुश्त खुदाया रहया पनाह साडी। पहाड़ आसमान ते धरती कुल उन्हां दी आबादी। पहाड़ आसमान ते धरती कुल उन्हां दी आबादी। जद अपनी कुदरत नाल तू ये सब कुछ बनाया। जद अपनी कुदरत नाल तू ये सब कुछ बनाया। तू नाथों से पहला ते सदा तिक खुदाया। तू नाथों से पहला ते सदा तिक खुदाया। तू पुश्त दर पुश्त खुदाया रिया पनाह साडी। पहाड़ आसमान ते धरती कुल उन्हां दी आबादी। आमीन। Thank you, Uncle Kashif. ਸਾਡੇ ਵਿੱਚ ਅੱਜ ਆਂਟੀ ਸਿੰਬਲ ਤਾਂ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤਾਂ ਪਾਸਟਰ ਐਰਿਕ ਇਹਨਾਂ ਦੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਅੱਜ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਸਾਰੇ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚੱਲੀਏ ਤੇ ਉਸ ਦਾ ਸ਼ੁਕਰ ਅਦਾ ਕਰੀਏ ਸਮੇਂ ਦੇ ਲਈ। ਖੁਦਾ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਤੂੰ ਨੇ ਸਾਨੂੰ ਸੰਭਾਲ ਕੇ ਰੱਖਿਆ। ਖਾਸ ਤੌਰ ਤੇ ਖੁਦਾ ਇਸ ਮੌਕੇ ਦੇ ਲਈ ਜੋ ਤੂੰ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ ਕਿ ਅਸੀਂ ਤੇਰੇ ਨਾਂ ਦੀ ਸਿਤਾਇਸ਼ ਕਰ ਸਕੀਏ। ਖਾਸ ਤੌਰ ਤੇ ਖੁਦਾਵੰਦ ਅੱਜ ਦੇ ਜ਼ਬੂਰ 90 ਦੇ ਲਈ ਜੋ ਕੁਛ ਵੀ ਤੇਰਾ ਖਾਦਮ ਸਾਨੂੰ ਉਹਦੇ ਵਿੱਚੋਂ ਅੱਜ ਸਿਖਾਉਂਦਾ ਹੈ, ਖੁਦਾਵੰਦ ਉਸ ਦੇ ਉੱਤੇ ਤੇਰੀ ਆਸ਼ੀਸ਼ ਤੇ ਬਰਕਤ ਹੋਵੇ ਤੇ ਅਸੀਂ ਖੁਦਾਵੰਦ ਉਸ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨ ਵਾਲੇ ਹੋਈਏ। ਸੁਣਨ ਵਾਲਿਆਂ ਨੂੰ ਜੋ ਸਾਨੂੰ ਸੁਣਦੇ ਪਏ ਨੇ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਉਹਨਾਂ ਦਾ ਵੀ ਰਾਖਾ ਤੇ ਮਦਦਗਾਰ ਹੋ। ਸਭ ਕੁਛ ਤੇਰੇ ਬੇਟੇ ਆਪਣੀ ਨਜਾਤ ਦੇਂਦਾ ਯਿਸੂ ਨਾਸਰੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। Thank you, Uncle Joshua. ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਆਂਟੀ ਸਿੰਬਲ ਤਾਂ ਅੰਕਲ ਜੋਸ਼ੂਆ ਦੇ ਨਾਲ। 90 ज़बूर। मर्दे खुदा मूसा की दुआ। या रब, पुश्त दर पुश्त तू ही हमारी पनाहगाह रहा है। ਦੂਸਰੀ ਆਇਤ। ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ ਅਤੇ ਧਰਤੀ ਅਰ ਜਗਤ ਨੂੰ ਤੈਂ ਰਚਿਆ, ਆਦ ਤੋਂ ਅੰਤ ਤੀਕ तू ही परमेश्वर है। तीसरी आयत। तू इंसान को फिर खाक में मिला देता है और फरमाता है, आए बनी आदम लौट आ, लौट आओ। आयत चौथी। तेरी निगाह विच तां 1000 वरे कल दे दिन वर्गे, जद कि ਉਹ बीत जावे ਅਤੇ एक पहर रात वर्गे हैं। पांचवी आयत। तू उनको गोया सैलाब से बहा ले जाता है, वो नींद की एक झपकी की मानिंद हैं, वो सुबह को उगने वाली घास की मानिंद हैं। आयत 6ਵੀਂ। ਸਵੇਰ ਨੂੰ ਉਹ ਲੈ ਲੈ ਕਰਦਾ ਅਤੇ ਵੱਧਦਾ ਹੈ, ਸਾਂਝ ਨੂੰ ਵੱਢਿਆ ਜਾਂਦਾ ਅਤੇ सातवीं आयत। क्योंकि हम तेरे कहर से फना हो गए और तेरे गजब से परेशान हुए। 8ਵੀਂ ਆयत। ਤੈਂ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ। 9वीं आयत। क्योंकि हमारे तमाम दिन तेरे कहर में गुजरे, हमारी उम्र
ख्याल की तरह जाती रहती है। ਆਇਤ 10ਵੀਂ ਸਾਡੀ ਉਮਰ ਦੇ ਦਿਨ 70 ਵਰੇ ਹਨ, ਪਰ ਜੇ ਸਾਹ 7 ਹੋਵੇ ਤਾਂ 80 ਵਰੇ, ਪਰ ਉਹਨਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ। ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ। 11वीं आयत, तेरे कहर की शिद्दत को कौन जानता है और तेरे खौफ के मुताबिक तेरे गजब को। 12ਵੀਂ ਆਇਤ, ਸਾਨੂੰ ਸਾਡੇ ਦਿਨ ਆਉਂ ਸਿਖਾਲਾ ਭਈ ਅਸੀਂ हिकमत वाला मन प्राप्त करिए। 13वीं आयत, आए खुदावन बाज आ, कब तक, और अपने बंदों पर रहम फरमा। 14ਵੀਂ ਆਇਤ, ਸਵੇਰ ਨੂੰ ਆਪਣੀ ਦਇਆ ਨਾਲ ਸਾਡੀ ਨਿਸ਼ਾ ਕਰ ਭਈ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਆਨੰਦ ਕਰੀਏ। 15वीं आयत, जितने दिन तूने हमको दुख दिया और जितने बरस हम मुसीबत में रहे, उतनी ही खुशी हमको अनायत कर। 16ਵੀਂ ਆਇਤ, ਤੇਰੀ ਕਾਰ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਹਨਾਂ ਦੀ ਅੰਸ਼ ਉੱਤੇ ਪ੍ਰਗਟ ਹੋਵੇ। 17वीं आयत, और रब हमारे खुदा का करम हम पर साया करे, हमारे हाथों के काम को हमारे लिए क़याम बख्श, हाँ हमारे हाथों के काम को क़याम बख्श दे। खुदावंद के पाक कलाम के पढ़े और सुने जाने पर उसकी बरकत हो, आमीन। ਆਮੀਨ। Thank you ਇਸ ਰੀਡਿੰਗ ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੀ ਰਿਫਲੈਕਸ਼ਨ ਤਾਂ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਔਰ ਸਾਡੇ ਜਿਹੜੇ ਇੱਕ ਹੋਰ ਸਾਡੇ ਜਿਹੜੇ ਪੈਨਲਿਸਟ ਨੇ ਸਿਸਟਰ ਰੀਨਾ, ਉਹਨਾਂ ਵੀ ਸਾਨੂੰ ਅੱਜ ਦੇ ਪੈਸਾਡੀਨਾ ਸਟੂਡੀਓ 'ਚ ਸਾਨੂੰ ਜੁਆਇਨ ਕਰ ਲਿਆ ਵੇ। ਸੋ ਸਟੂਡੀਓ ਸਾਡਾ ਕੋਈ ਨਿੱਕਾ ਜਿਹਾ, ਲੇਕਿਨ ਅਸੀਂ ਪੂਰੇ ਆ ਗਏ ਹਾਂ ਤੇ ਖੁਦਾ ਦਾ ਸ਼ੁਕਰ ਅਦਾ ਕਰ ਰਹੇ ਹਾਂ, ਥੈਂਕ ਯੂ ਵੈਰੀ ਮਚ। ਔਰ ਚੂੰਕਿ ਚੌਹਾਨ ਸਾਹਿਬ ਸਾਡੇ ਨਾਲ ਨੇ, ਔਰ ਜ਼ਬੂਰ 90 ਜਿਹੜੀ ਮੂਸਾ ਦੀ ਦੁਆ ਵੇ, ਉਹ ਚੂੰਕਿ ਮਰਦੇ ਖੁਦਾ ਮੂਸਾ ਦਾ ਇੱਕ ਹੀ ਜ਼ਬੂਰ ਹੈ, ਲੇਕਿਨ ਇਟਸ ਸੋ ਪਾਵਰਫੁਲ, ਔਰ ਅਸੀਂ ਥੋੜੀ ਦੇਰ ਲਈ ਗੌਰ ਕਰਾਂਗੇ। ਲੇਕਿਨ ਉਦੋਂ ਪਹਿਲਾਂ ਚੂੰਕਿ ਜ਼ਬੂਰ 90 ਦੀਆਂ 17 ਜਾਂ 17 ਆਇਤਾਂ ਨੇ, ਔਰ ਇਹਦੇ ਜਿਹੜੇ ਜ਼ਬੂਰ ਕੰਪੋਜ਼ ਵੀ ਹੋਏ ਮਿਊਜ਼ਿਕਲੀ, ਉਹ ਵੀ ਤਕਰੀਬਨ 3 ਹਿੱਸਿਆਂ ਦੇ ਵਿੱਚ ਨੇ। ਪਹਿਲਾ ਹਿੱਸਾ ਤੋਂ ਚੌਹਾਨ ਸਾਹਿਬ ਕੋ ਸੁਣਿਆ ਵੇ, ਤੇ ਚੌਹਾਨ ਸਾਹਿਬ ਨੂੰ ਕਵਾਂਗੇ ਕਿ ਜਿਹੜਾ ਸਾਡਾ ਸੈਕੰਡ ਪਾਰਟ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰਨ, ਔਰ ਉਹਦੇ ਬਾਅਦ ਜਦੋਂ ਅਸੀਂ ਰਿਫਲੈਕਸ਼ਨ ਖਤਮ ਕਰਾਂਗੇ, ਜਿਹੜਾ ਉਹਦਾ ਆਖਰੀ ਪਾਰਟ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰਨਗੇ, ਤਾਂ ਕਿ ਅਸੀਂ ਸਿਰਫ ਟੈਕਸਟ ਨੂੰ ਨਹੀਂ, ਬਲਕਿ ਜਿਹੜਾ ਸਾਡੇ ਪੰਜਾਬੀ ਕੰਟੈਕਸਟ ਦੇ ਵਿੱਚ ਜਿਹੜੀ ਟਿਊਨ ਹੈ ਉਹ ਵੀ ਸਾਡੇ ਕੋਲ ਰਿਕਾਰਡ ਤੇ ਆ ਜਾਏ, ਅਸੀਂ ਸਿੱਖ ਸਕੀਏ ਕਿ ਟਿਊਨ ਕੀ ਹੈ। ਜੀ ਚੌਹਾਨ ਸਾਹਿਬ ਜੀ। ਤੇ ਇਹ ਸਾਡੀ ਬਦਕਾਰੀ ਜਿਹੜਾ ਕਿ ਦੂਸਰਾ ਹਿੱਸਾ ਹੈ, ਉਹਦੀਆਂ ਟਿਊਨਸ ਅਸੀਂ ਪਹਿਲੇ ਬਹੁਤ ਸੁਣੀਆਂ ਨੇ। ਇੱਕ ਮਹਿਨਾਜ਼ ਜੀ ਨੇ ਗਾਇਆ ਸੀ ਜਿਹੜਾ ਕਿ ਬੜਾ ਪਪੂਲਰ ਹੈ, ਬਹੁਤ ਖੂਬਸੂਰਤ ਧੁਨ ਸੀ। ਤੇ ਜਦੋਂ ਮੈਂ ਤਹਲੀਮ resources.com ਤੇ ਇਹਨੂੰ ਦੇਖਿਆ ਤੇ ਇੱਕ ਮੈਨੂੰ ਜਿਹੜੀ ਧੁਨ ਨਜ਼ਰ ਆਈ, ਉਹ ਉਹੀ ਸੀ ਜਿਹੜੀ ਕਿ ਇੱਕ ਕੁਆਇਰ ਨੇ ਗਾਈ ਸੀ, ਔਰ ਉਹ ਇੰਤਖਾਬੇ ਜ਼ਬੂਰ 'ਚ ਮੌਜੂਦ ਸੀ। ਤੇ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਮੈਨੂੰ ਕੋਈ ਇੱਕ ਧੁਨ ਐਸੀ ਮਿਲ ਗਈ ਹੈ ਜਿਹੜੀ ਅੱਜ ਵੀ ਅਸੀਂ ਉਹੀ ਗਾਉਂਦੇ ਹਾਂ ਜਿਹੜੀ ਇਹਦੇ 'ਚ ਛਪੀ ਸੀ। ਤੇ ਉਹੀ ਧੁਨ ਜਿਹੜੀ ਕਿ ਓਰੀਜਨਲ ਧੁਨ ਹੈ ਇਹਦੇ 'ਚ, ਉਹ ਮੈਂ ਉਹਦੇ ਨਾਲ ਕੁਝ ਮਿਸਰੇ ਸੁਣਾ ਰਿਹਾ। ਸਾਡੀ ਬਦਕਾਰੀ ਰੱਖੀ ਹੈ ਸਾਰੀ ਆਪਣੇ ਤੋਂ ਅੱਗੇ ਖੁਦਾ, ਸਾਡੀ ਬਦਕਾਰੀ ਰੱਖੀ ਹੈ ਸਾਰੀ ਆਪਣੇ ਤੋਂ ਅੱਗੇ ਖੁਦਾ, ਤੇਰਾ ਹੀ ਚਿਹਰਾ रोशन है जेड़ा जांदा सब छुपे गुनाह, तेरा ही चेहरा रोशन है जेड़ा जांदा सब छुपे गुनाह, दिन असां सारे गम दे गुजारे कहर विच तेरे सदा, साडी बदकारी रखी है सारी अपने तो अगे खुदा, साडी उम्र भी गई है गुजर भी जिवें एक गुजरे ख्याल, 70 वरे तिक 80 वरे तिक आखिर नू फिर भी फना,
साडी बदकारी रखी है सारी अपने तू अगे खुदा। ਆਮੀਨ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ। ਔਰ ਚੌਹਾਨ ਸਾਹਿਬ ਮੇਰਾ ਖਿਆਲ ਹੈ ਜਿਹੜੀ ਮਹਿਨਾਜ਼ ਬੇਗਮ ਨੇ ਗਾਈ ਇਹ ਧੁਨ ਜਿਹੜੀ ਅਸੀਂ ਗਾਣੇ ਆ ਉਹ ਔਰ ਜਿਹੜੀ ਧੁਨ ਤੁਹਾਂ ਹੁਣ ਗਾਈਏ ਉਹਨਾਂ ਦੋਵਾਂ ਦੇ ਅੰਤਰਿਆਂ ਚ ਮੇਰੇ ਖਿਆਲ ਚ ਸਲਾਈਟਲੀ ਫਰਕ ਹੈ। ਬਾਕੀ ਮੈਨੂੰ ਲੱਗਦਾ ਵੀ ਜਿਹੜਾ ਅਸਥਾਈ ਹੈ ਉਹ ਆਲਮੋਸਟ ਸੇਮ ਹੈ। ਕੀ ਖਿਆਲ ਹੈ ਤੁਹਾਡਾ? बिल्कुल ये ज्यादा फर्क नहीं, लेकिन एक दो नोट्स का फर्क है। और फिर दूसरा है कि ओदे ਜਿਹੜੀ बीट है वो बड़ा मैटर करती है। ते ये है थोड़ी जी स्पीड च है ਜਿਹੜਾ ਮਹਿਨਾਜ਼ ਜੀ ਨੇ ਗਾਇਆ ਸੀ ਉਹ ਥੋੜਾ ਚਲੰਤਰ है, लेकिन ਇਹ ਜਿਹੜਾ ਥੋੜਾ स्लो है। ये दो डिफरेंसेस हैं, कुछ नोट्स था और स्पीड का फर्क है। बाकी यस यू आर राइट। ਇਹਦਾ ਮਤਲਬ ਹੈ ਕਿ ਥੋੜੀ ਜਿਹੀ ਟਿਊਨ ਦਾ ਔਰ ਟੈਂਪੋ ਦਾ ਫਰਕ ਹੈ। ਠੀਕ ਹੈ ਨਾ? ਟੈਂਪੋ ਦਾ ਫਰਕ ਹੈ। ਹਾਂਜੀ ਠੀਕ ਹੈ ਜੀ। ਓਕੇ ਜੀ, ਵੰਡਰਫੁਲ। ਸੋ ਜੀ ਜ਼ਬੂਰ ਨੰਬਰ 90 ਅਸੀਂ ਦਾਖਲ ਹੋਏ ਹਾਂ ਔਰ ਜ਼ਬੂਰ ਨੰਬਰ 90 ਦਾ ਮਤਲਬ ਹੈ ਵੇ ਜਿਨ੍ਹਾਂ ਦੇ ਕੋਲ ਜ਼ਬੂਰਾਂ ਦੀ ਕਿਤਾਬ ਮੌਜੂਦ ਹੈ ਉਹਨਾਂ ਸਾਰਿਆਂ ਨੂੰ ਪਤਾ ਵੇ ਕਿ ਉਹਦੇ ਸਰਨਾਮੇ 'ਚ ਲਿਖਿਆ ਹੈ ਚੌਥੀ ਕਿਤਾਬ। ਸੋ ਇਹਦਾ ਮਤਲਬ ਹੈ ਵੇ ਕਿ ਜ਼ਬੂਰ ਦੀਆਂ 5 ਕਿਤਾਬਾਂ ਨੇ। ਠੀਕ ਹੈ, देयर आर 5 scrolls। ਅੱਛਾ, 5 ਕਿਤਾਬਾਂ ਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਜ਼ਬੂਰ ਇਜ਼ ਅ ਪੋਇਟਿਕ ਪੈਂਟਾਟਿਊਕ। ਪੋਇਟਿਕ ਪੈਂਟਾਟਿਊਕ ਦਾ ਮਤਲਬ ਕੀ ਹੈ? ਪੈਂਟਾਟਿਊਕ ਕਹਿੰਦੇ ਨੇ ਸ਼ਰੀਅਤ ਦੀਆਂ ਪਹਿਲੀਆਂ 5 ਕਿਤਾਬਾਂ ਨੂੰ। ਠੀਕ ਹੈ, ਪੈਂਟਾ ਦਾ ਮਤਲਬ ਹੈ 5। ਲਫ਼ਜ਼ ਪੈਂਤੀਕੋਸ ਜਿੱਥੋਂ ਆਇਆ ਨਾ, ਪੈਂਤੀਕੋਸ ਦਾ ਮਤਲਬ ਹੈ ਐਕਚੁਅਲੀ 50 ਜਾਂ 50th ਦਿਨ, ਕਿਉਂਕਿ ਈਦ ਤੋਂ ਹੁੰਦਾ ਹੀ ਆਪਣਾ 49 ਦਿਨ ਗਿਣਦੇ ਹਨ, 7 ਹਫ਼ਤੇ ਗਿਣ ਕੇ ਤੇ ਈਦ ਖਮਸੀਨ ਤੋਂ ਬਾਅਦ ਈਦ ਪੈਂਤੀਕੋਸ ਆ ਜਾਂਦੀ ਸੀ, ਜਿਹਨੂੰ ਕਿ ਗ੍ਰੀਕ ਦੇ ਵਿੱਚ ਈਦ ਪੈਂਤੀਕੋਸ ਕਿਹਾ ਗਿਆ ਵੇ, ਲੇਕਿਨ ਐਕਚੁਅਲੀ ਹਿਬਰੂ ਦੇ ਵਿੱਚ ਜਾਂ ਉਰਦੂ ਚ ਸਾਡੇ ਕੋਲ ਅਰਬੀ ਚ ਈਦ ਖਮਸੀਨ ਹੈ, ਜਿਹਨੂੰ ਹਫ਼ਤਿਆਂ ਦੀ ਈਦ ਕਿਹਾ ਜਾਂਦਾ ਸੀ। ਸੋ ਅਸੀਂ ਉਸ ਪਾਸੇ ਨਹੀਂ ਜਾ ਰਹੇ ਅੱਜ, ਲੇਕਿਨ ਸੋ ਪਹਿਲੀਆਂ 5 ਕਿਤਾਬਾਂ ਜਿਹੜੀਆਂ ਸ਼ਰੀਅਤ ਦੀਆਂ ਨੇ, ਤੁਹਾਨੂੰ ਯਾਦ ਕਿਹੜੀ ਕਿਤਾਬ ਹੈ ਜੀ? ਕੀ ਖਿਆਲ ਹੈ? ਪੈਦਾਇਸ਼ ਹਿੰਦੀ ਚ ਕੀ ਕਹਿੰਦੇ ਨੇ? ਜੈਨੇਸਿਸ, ਉਤਪਤ, ਖਰੂਜ, ਕੂਚ, ਠੀਕ ਹੈ, ਅਹਬਾਰ, ਲਿਵਿਟਿਕਸ, ਗਿਣਤੀ, ਨੰਬਰਸ, and then number 5 ਇਸਤਸਨਾ ਜਾਂ ਡਿਟਰੋਨੋਮੀ। ਠੀਕ ਹੈ, ਸੋ ਅਗਰ ਜ਼ਬੂਰਾਂ ਦੀ ਕਿਤਾਬ ਜਿਹੜੀ ਹੈ ਉਹ ਅਗਰ ਪੋਇਟਿਕ ਤੌਰਾ ਵੇ, ਠੀਕ ਹੈ, ਤੌਰਾ ਮਤਲਬ ਫਸਟ 5 ਬੁੱਕਸ। ਠੀਕ ਹੈ, ਸੋ ਇਹਦਾ ਮਤਲਬ ਹੈ ਕਿ ਅਗਰ ਇਟ ਵਿਲ ਬੀ ਬੜਾ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਣ ਲੱਗਾ ਵਾਂ। ਅਸੀਂ ਇਹ ਸ਼ਾਇਦ ਇਸ ਤਰ੍ਹਾਂ ਕਦੀ ਨਹੀਂ ਵੇਂਦੇ ਜ਼ਬੂਰਾਂ ਦੀ ਕਿਤਾਬ ਨੂੰ। ਸੋ ਮੈਂ ਉਹਨੂੰ ਨਾਂ ਦਿੱਤਾ ਵਾ ਜੀ ਸਾਮ ਇਜ਼ ਅ ਪੋਇਟਿਕ ਪੈਂਟਾਟਿਊਕ। ਕਿਵੇਂ? ਪਹਿਲੀਆਂ 4 ਕਿਤਾਬਾਂ 3 ਕਿਤਾਬਾਂ ਅਸਾਂ ਵੇਖੀਆਂ ਨੇ ਕਿ ਉਹ ਪਹਿਲੀਆਂ 3 ਕਿਤਾਬਾਂ ਜਿਹੜੀਆਂ ਪੈਦਾਇਸ਼, ਖਰੂਜ, ਅਹਬਾਰ। ਠੀਕ ਹੈ, ਚੌਥੀ ਕਿਤਾਬ ਪੈਂਟਾਟਿਊਕ ਦੀ ਤੌਰਾਤ ਦੀ ਕਿਹੜੀ ਹੈ? ਗਿਣਤੀ। ਓਕੇ, ਨੰਬਰਸ। ਓਕੇ, ਚੌਥੀ ਕਿਤਾਬ ਜਿਹੜੀ ਹੈ, ਠੀਕ ਹੈ, ਚੌਥੀ ਕਿਤਾਬ ਦਾ ਰਾਈਟਰ ਕੌਣ ਹੈ? ਸ਼ੁਰੂ ਕਿਹਦੇ ਜ਼ਬੂਰ ਤੋਂ ਹੋ ਰਹੀ ਹੈ? मूसा। ओके, और पेंटाट्यूक किने लिखी है? मूसा। ओके, द रिसोर्स पर्सन इज मोसेस। ठीक है, अच्छा दिलचस्प गल हुण देखो, ਇਹਦਾ ਟਾਈਟਲ ਹੈ ਮਰਦੇ ਖੁਦਾ ਮੂਸਾ ਕੀ ਦੁਆ। ਲੇਕਿਨ ਤੁਸੀਂ ਇੱਕ ਚੀਜ਼ ਨੋਟ ਕਰੋਗੇ, ਜ਼ਬੂਰ ਜਿਹੜਾ ਵੇ ਅਗਰ ਤੁਸੀਂ ਗਿਣਤੀ ਦੀ ਕਿਤਾਬ ਨੂੰ ਜਾਂ ਨੰਬਰਸ, ਬੁੱਕ ਆਫ ਨੰਬਰਸ ਨੂੰ ਸਾਹਮਣੇ ਰੱਖੋ ਔਰ ਜ਼ਬੂਰ ਨੰਬਰ 90 ਨੂੰ ਪੈਰਲਲ ਰੱਖੋ ਦੋਵਾਂ ਨੂੰ ਅਗਰ, ਠੀਕ ਹੈ, ਇਧਰੋਂ ਜ਼ਬੂਰ ਚੌਥੀ ਕਿਤਾਬ 90 ਤੋਂ ਸ਼ੁਰੂ ਹੋ ਰਹੀ ਹੈ ਮੂਸਾ ਤੋਂ, ਉਧਰੋਂ ਗਿਣਤੀ ਦੀ ਕਿਤਾਬ ਚੌਥੀ ਕਿਤਾਬ ਪਹਿਲੀਆਂ ਤੌਰਾਤ ਦੇ ਵਿੱਚੋਂ ਪੈਰਲਲ ਆ ਗਈਆਂ। ਠੀਕ ਹੈ, ਉਹਦੇ ਬਾਅਦ ਗਿਣਤੀ ਦੀ ਕਿਤਾਬ ਦੇ ਪਹਿਲੇ ਜਿਹੜੇ 12-19 ਚੈਪਟਰ ਨੇ, they are census। खुदा ने मूसा ਨੂੰ ਹੁਕਮ ਦਿੱਤਾ ਕਿ ਬਨੀ ਇਸਰਾਇਲ ਨੂੰ ਗਿਣ ਲੈ ਸਾਰਿਆਂ ਨੂੰ। ਓਕੇ, ਜਿਹੜੀ ਨਸਲ ਬਿਆਬਾਨ ਵਿੱਚ ਪੈਦਾ ਹੋਈ ਸੀ 20 ਸਾਲ ਤੋਂ ਜਿੰਨੇ ਉੱਤੇ ਹਨ, ਖੁਦਾ ਨੇ ਕਿਹਾ ਉਹਨਾਂ ਸਾਰਿਆਂ ਨੂੰ ਗਿਣ ਲੈ। ਔਰ ਇਹਦੇ ਵਿੱਚ ਮੂਸਾ ਜਿਹੜਾ ਵੇ ਉਹ ਕੀ ਕਹਿੰਦਾ ਵੇ, ਖੁਦਾਵੰਦ ਸਾਨੂੰ ਸਾਡੇ ਦਿਨ ਗਿਣਨਾ ਕੀ ਕਰ ਸਿਖਾ। ਓਕੇ, ਸੋ ਗਿਣਤੀ ਦੀ ਕਿਤਾਬ, ਦਿਨਾਂ ਦੀ ਗਿਣਤੀ, ਸੈਂਸਸ, ਇੱਥੇ ਮੂਸਾ ਕਹਿੰਦਾ ਜੀ ਦਿਨ ਗਿਣਨਾ ਸਿਖਾ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਜਿਹੜੀ ਇਹਦੇ ਵਿੱਚ ਉਹ ਵੇ ਕਿ ਮਰਦੇ ਖੁਦਾ ਮੂਸਾ ਕੀ ਦੁਆ ਵੇ ਹੈ। ਲੇਕਿਨ ਤੁਹਾਨੂੰ ਪਤਾ ਵੇ ਮੋਜ਼ਸ ਵਾਜ਼ ਐਨ ਆਰਟਿਸਟ ਕਿਹੋ ਜਿਹਾ ਸੀ? ਖੁਦਾ ਨੇ ਮੂਸਾ ਨੂੰ ਕਿਹਾ ਸੀ ਨਰਸਿੰਗੇ ਤੋਂ ਬਣਾਉਣੇ ਨੇ 2, ਠੀਕ ਹੈ, ਚਾਂਦੀ ਦੇ ਨਰਸਿੰਗੇ। ਓਕੇ, ਮੋਜ਼ਸ ਵਾਜ਼ देयर टू टेस्ट दिस शफार या चांदी ਦੇ ਨਰਸਿੰਗੇ ਜਿਹੜੇ ਹਨ। ਲੇਕਿਨ ਮੂਸਾ ਵਾਜ਼ ਅ ਪੋਇਟ, ਮੋਜ਼ਸ ਵਾਜ਼ ਅ ਪੋਇਟ, ਹੀ ਵਾਜ਼ ਐਨ ਆਰਟਿਸਟ। ਉਹ ਸ਼ਾਇਰ ਆਦਮੀ ਸੀ। ਇਸ ਤਰ੍ਹਾਂ ਤੁਸੀਂ ਵੇਖੋਗੇ ਜ਼ਬੂਰ ਨੰਬਰ 90 ਮੂਸਾ ਦੀ ਦੁਆ ਵੇ। ਲੇਕਿਨ ਤੁਹਾਨੂੰ ਪਤਾ ਕਮ ਸੇ ਕਮ 4 ਹੋਰ ਗੀਤ ਨੇ ਜਿਹੜੇ ਪੁਰਾਣੇ ਅਹਿਦਨਾਮੇ ਦੇ ਵਿੱਚ ਸ਼ਰੀਅਤ ਦੀ ਕਿਤਾਬ ਹੈ ਜਿਹੜੇ ਮੂਸਾ ਦੇ ਨੇ। ਪਹਿਲਾ ਗੀਤ ਜਿਹੜਾ ਵੇ, ਤੁਸੀਂ ਅਗਰ ਮੇਰੇ ਨਾਲ ਖੋਲੋਗੇ ਖਰੂਜ ਦੀ ਕਿਤਾਬ, ਠੀਕ ਹੈ, ਅਗਰ ਤੁਸੀਂ ਖਰੂਜ ਦੀ ਕਿਤਾਬ ਖੋਲੋਗੇ ਔਰ ਉਹਦਾ 15ਵਾਂ ਬਾਬ, ਖਰੂਜ ਮਤਲਬ ਕੂਚ, ਸੈਕੰਡ ਬੁੱਕ, ਔਰ ਉਹਦਾ 15ਵਾਂ ਬਾਬ ਹੈ। ਔਰ ਤੁਸੀਂ ਅਗਰ 15ਵੇਂ ਬਾਬ ਦੀ, ਚੂੰਕਿ ਸਿਸਟਰ ਰੀਨਾ ਸਾਡੇ ਨਾਲ ਨੇ,
ਤੇ ਮੈਂ ਉਹਨਾਂ ਕਹਾਂਗਾ ਜੀ ਉਹ ਕੂਚ ਦੀ 15ਵੇਂ ਬਾਬ ਦੀ ਪਹਿਲੀ ਆਇਤ ਜਿਹੜੀ ਹੈ ਨਾ ਸਿਰਫ ਉਹਨੂੰ ਪੜ੍ਹ ਦਿੰਦੀ ਕੂਚ ਔਰ ਉਹਦਾ 15 ਚੈਪਟਰ 15 ਬੁੱਕ ਆਫ ਐਕਸੋਡਸ ਚੈਪਟਰ 15 पहली आयत। तब मूसा और एलिया इस्राएलियों ने यहोवा के लिए ये गीत गाया। उन्होंने कहा, मैं यहोवा का गीत गाऊंगा क्योंकि वह महाप्रतापी ठहरा है। हाँ जी, थैंक यू। घोड़ों समेत गो अहेड। उसने घोड़ों समेत सवारों को उसने समुद्र में पलट दिया। ठीक है जी। और दूसरी आयत लिखी है जी, खुदावंद मेरा जोर और राग है, वही मेरी निजात भी ठहरा, वो मेरा खुदा है, मैं उसकी बड़ाई करूंगा, वो मेरे बाप का खुदा है, मैं उसकी बुजुर्गी करूंगा। ठीक है जी। 15वां बाब की ये उधरों खुदा ने बहेरा कुलजम नु रेड सी नु दो टुकड़े किया वे बनी इस्राएल कौम नंगे ने पिछों फिरौन दी फौज आ गई है और वो डुब गई है। लेकिन जिवें ही उन्होंने बहेरा कुलजम क्रॉस किया वे कलाम में लिखा जी, तब मूसा और बनी इस्राएल ने खुदावंद के लिए ये गीत गाया। गीत लिखा किन्ने सी? ऑब्वियसली मोसेस। ठीक है जी। किवें पता लगता वे मूसा ने गीत लिखा है? क्योंकि जबूर नंबर 90 भी किताब है मूसा दा वे। लेकिन तुहानू मैं एक और दिलचस्प चीज दसन लगा वां, ਉਹ ਵੇ ਕਿ मूसा ਦੇ ਗੀਤ ਹੋਰ ਕਿਹੜੇ-ਕਿਹੜੇ ਨੇ। ਅਗਰ ਤੁਸੀਂ ਖੋਲੋਗੇ ਬੁੱਕ ਆਫ ਡਿਟਰੋਨੋਮੀ ਔਰ ਚੈਪਟਰ ਤੁਸੀਂ ਅਗਰ ਖੋਲੋ ਮੇਰੇ ਨਾਲ ਡਿਟਰੋਨੋਮੀ ਦਾ ਇਸਤਸਨਾ ਜਿਹੜੀ ਹੈ ਆਖਰੀ ਸ਼ਰੀਅਤ ਦੀ ਕਿਤਾਬ ਜਿਹੜੀ ਹੈ, ਔਰ ਉਹਦਾ ਅਗਰ ਤੁਸੀਂ ਮੇਰੇ ਨਾਲ ਖੋਲੋ ਸੈਕੰਡ ਲਾਸਟ ਚੈਪਟਰ 31 ਐਂਡ 32। ਓਕੇ ਜੀ ਅੰਕਲ ਜੋਸ਼ੂਆ ਤੇ ਸਿਸਟਰ ਸੁੰਬਲ जी 31 ਦੀ ਅੰਕਲ ਜੋਸ਼ੂਆ ਤੁਸੀਂ ਪੜਿਓ 19 ਤੇ 20 ਆਇਤ ਔਰ 22 ਆਇਤ, ਔਰ ਉਹਦੇ ਬਾਅਦ ਸਿਸਟਰ ਸੁੰਬਲ ਤੁਸਾਂ ਉਹਦੀ 30th ਬਲਕਿ ਨਹੀਂ ਤੁਸੀਂ ਪਤਾ ਕਿਹੜੀ ਪੜਿਓ ਤੁਸਾਂ ਪੜਨਾ ਵੇ 32 ਦੀ ਜਿਹੜੀ ਹੈ ਨਾ 48 ਆਇਤ। ਠੀਕ ਹੈ ਅੰਕਲ ਜੋਸ਼ੂਆ ਇਸਤਸਨਾ ਬੁੱਕ ਆਫ ਡਿਟਰੋਨੋਮੀ ਚੈਪਟਰ 31 ਵਰਸ 19 and 20। अपना माइक अनम्यूट कर लियो। जी बंदा भुल जाता व्यवस्था सार ओदा 31 बाब ओदी 19 आयत ते 20 आयत मैं पढ़ांगा। हुण तुसी अपने ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਸਿਖਾ ਕੇ ਕੰਠ ਕਰਾਓ ਤਾਂ ਜੋ ਇਹ ਗੀਤ ਮੇਰੇ ਲਈ ਇਸਰਾਏਲੀਆਂ ਦੇ ਵਿਰੁੱਧ ਗਵਾਹ ਹੋਵੇਗਾ जद मैं उन्होंने उस भूमि विच लै आया होवांगा जिहदी मैं उन्हां दे प्यो दादियां नाल सौं खाधी सी, जिथे दुध अहद अते ओ खा खा के रज जाणगे अते मोटे हो गए होणगे तां ओ दूजे देवतियां वल फिर के उन्हां दी पूजा करनगे अते मैनू छड्ड जाणगे अते मेरा नेम मंग कर सुटणगे। थैंक यू जी। सो वेखिया जी बनी इस्राएल कौम ਜਿਹੜੀ ਬਿਆਬਾਨ ਵਿੱਚ ਪੈਦਾ ਹੋਈ ਹੈ 40 ਸਾਲ ਵਾਰਗੀ ਦੇ ਵਿੱਚ ਜਿਹੜੀ ਨਿਕਲੀ ਸੀ ਉਹ ਸਾਰੇ ਮਰ ਗਏ। ਠੀਕ ਹੈ ਆਪਣੀ ਬੇਈਮਾਨੀ ਦੀ ਵਜ੍ਹਾ ਤੋਂ ਸਿਰਫ ਦੋ ਬੰਦੇ ਜ਼ਿੰਦਾ ਰਹੇ ਹਨ ਜਿਹੜੇ ਪ੍ਰੋਮਿਸਡ ਲੈਂਡ ਵਿੱਚ ਗਏ ਹਨ, ਜੋਸ਼ੂਆ ਐਂਡ ਕਾਲਬ, ਬਾਕੀ ਸਾਰੇ ਮਰ ਗਏ। ਜਿਹੜੀ ਨਸਲ ਪੈਦਾ ਹੋਈ ਉਹਦੀ ਦੁਬਾਰਾ ਜਦੋਂ ਗਿਣਤੀ ਹੋਈ ਤੇ ਗਿਣਤੀ ਹੋਣ ਤੋਂ ਬਾਅਦ ਖੁਦਾ ਨੇ ਮੂਸਾ ਨੂੰ ਕਿਹਾ ਕਿ ਭਾਈ ਹੁਣ ਤੂੰ ਇੰਜ ਕਰ ਕਿ ਜਿਹੜੀ ਨਸਲ ਪੈਦਾ ਹੋਈ ਇਹਨਾਂ ਦੀ ਸ਼ਰੀਅਤ ਨਹੀਂ ਸੁਣੀ ਨਾ ਇਹਨਾਂ ਨੂੰ ਪਤਾ ਵੇ, ਤੂੰ ਇਹਨਾਂ ਨੂੰ ਯਾਦ ਕਰਾ। ਤੇ ਯਾਦ ਕਰਾਉਣ ਲਈ ਜਿਹੜਾ ਮੂਸਾ ਨੇ ਮੀਡੀਅਮ ਚੁਣਿਆ, ਜਿਹੜਾ ਮੂਸਾ ਨੇ ਮੈਥਡ ਚੁਣਿਆ, ਠੀਕ ਹੈ ਖੁਦਾ ਦੀ ਸ਼ਰੀਅਤ ਯਾਦ ਕਰਾਉਣ ਲਈ, ਉਹਨੇ ਕੀ ਲਿਖਿਆ? ਸੋ ਉਹਨੇ ਗੀਤ ਲਿਖਿਆ। ਉਹਨੇ ਕਿਹਾ ਜੀ ਮੈਂ ਗੀਤ ਲਿਖਾਂਗਾ ਤਾਂ ਕਿ ਇਹ ਗੀਤ ਐਸ ਕਮਿੰਗ ਜਨਰੇਸ਼ਨ ਨੂੰ ਸਿਖਾਏ ਜਾਣ ਤਾਂ ਕਿ ਖੁਦਾ ਦੇ ਹੁਕਮਾਂ ਨੂੰ ਕੀ ਕਰਨ, ਮੰਨਣ। ਔਰ ਗੀਤ ਦਾ ਮੈਥਡ ਕਿਸੇ ਨੇ ਕਿਹਾ ਤਾਂ ਗੀਤ ਆਪਣੇ ਲਈ ਲਿਖ ਲਓ ਔਰ ਉਹਨੂੰ ਬਨੀ ਇਸਰਾਇਲ ਨੂੰ ਸਿਖਾਈ। ਤੇ ਸਿਖਾਈ ਕਿਵੇਂ? ਹਿਫਜ਼ ਕਰਾ ਦੇਣਾ, ਮੈਮੋਰਾਈਜ਼ ਕਰਾ ਦੇਣਾ, ਮੂੰਹ ਜ਼ਬਾਨੀ ਯਾਦ ਕਰਾ ਦੇਣਾ। ठीक है कि लिखत पढ़त वाला कोई सीन नहीं, जुबानी मतलब दे बिकम द रिटन तौरा, उन्हां दे दिमाग उन्हां दी बॉडी जिहड़ी है वो रिटन तौरा बन गई। ठीक है। तो अगे सी वेने 22 आयत विच, सो मूसा ने उसी दिन इस गीत को लिख लिया और उसे बनी इस्राएल को सिखाया। सो मोसेस वाज अ पोएट, ही वाज एन आर्टिस्ट। ठीक है जी। उन्हें इवन खुदा दी शरीयत थ्रू पोएट्री जिहड़ी है उन्हें उन्होंने जनाब सिखाई है। ठीक है। ਉਹਦੇ ਬਾਅਦ ਅਸੀਂ वेने 30th वर्स लिखिया जी, अगे पूरा गीत भी लिखा आया। सो मूसा ने इस गीत की बातें इस्राएल की सारी जमायत को आखिर तक कह सुनाई। देयर इज अ होल लॉ एंड हिस्ट्री। मेन सब्जेक्ट की सन इस गीत दे? खुदा दी शरीयत और बने इस्राएल दी
तारीख। So law and history, they both flew together और खुदा ने उन्होंने क्या जी सिखा दो। ठीक है, ओके। सो ऐसी इस वेने जी कि खुदा दा कलाम ਸਾਨੂੰ ਦੱਸਦਾ ਪਿਆ ਕਿ मूसा ने आर्ट और पोइट्री ਦਾ ਜਿਹੜਾ ਮੀਡੀਅਮ ਸੀ ਉਹਨੂੰ ਯੂਜ਼ ਕੀਤਾ ਔਰ ਉਹਨੇ ਨਾ ਸਿਰਫ ਖੁਦਾ ਦੀ ਸ਼ਰੀਅਤ ਲਈ ਬਲਕਿ ਨਵੀਂ ਜਨਰੇਸ਼ਨ ਨੂੰ ਹਿਫਜ਼ ਕਰਾਉਣ ਲਈ, ਖੁਦਾ ਦੇ ਕਾਮ ਯਾਦ ਰੱਖਣ ਲਈ, ਉਹਨਾਂ ਦੀ ਮੈਮਰੀ ਦੇ ਵਿੱਚ ਸਟਿਕ ਕਰਾਉਣ ਲਈ ਉਹਨੇ ਆਰਟ ਔਰ ਪੋਇਟਰੀ ਨੂੰ ਕੀ ਕੀਤਾ, ਉਹਨੇ ਇਸਤੇਮਾਲ ਕੀਤਾ। ਸੋ ਅਸੀਂ ਜਦੋਂ ਮੈਂ ਸਿਰਫ ਬਰੀਫਲੀ मूसा ਦੀ ਲਾਈਫ ਤੇ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਣਾ ਚਾਹੁੰਦਾ ਹਾਂ, ਉਹਦੇ ਬਾਅਦ ਅਸੀਂ ਅੱਗੇ ਚੱਲਾਂਗੇ ਟੈਕਸਟ ਦੇ ਵਿੱਚ। मूसा ਇਸ ਲਈ ਬੜਾ ਇੰਪੋਰਟੈਂਟ ਹੈ, ਮੈਂ ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਵੇ ਕਿ ਜਿਹੜਾ ਜ਼ਬੂਰ 90ਵੇਂ ਔਰ ਚੌਥੀ ਕਿਤਾਬ ਜਿਹੜੀ ਹੈ, ਚੂੰਕਿ ਇੱਕ ਥੀਮ ਵਾਈਜ਼ ਚੱਲਦੀ ਹੈ। ਸਾਡਾ ਪ੍ਰੋਬਲਮ ਬੜੀ ਵੱਡੀ ਹੈ ਵੇ ਪੂਰੀ ਦੁਨੀਆ ਦੇ ਵਿੱਚ ਵੀ ਔਰ ਉਂਝ ਬਾਕੀ ਲੋਕਾਂ ਦੇ ਨਾਲ, ਕਿ ਅਸੀਂ ਬਾਈਬਲ ਨੂੰ ਆਇਤ ਬਾ ਆਇਤ ਔਰ ਚੈਪਟਰ ਵਾਈਜ਼ ਪੜ੍ਹਦੇ ਹਾਂ, ਥੀਮ ਵਾਈਜ਼ ਨਹੀਂ ਪੜ੍ਹਦੇ। ਚੂੰਕਿ ਅਸੀਂ ਥੀਮ ਵਾਈਜ਼ ਨਹੀਂ ਪੜ੍ਹਦੇ, ਇਸ ਲਈ ਜਿਹੜਾ ਉਹਦਾ ਮੇਨ ਕਨਸੈਪਟ ਹੁੰਦਾ ਵਿੱਚ ਉਹਦੇ, ਉਹ ਸਾਡੇ ਕੋਲੋਂ ਮਿਸ ਹੋ ਜਾਂਦਾ, क्योंकि ਅਸੀਂ ਟੁਕੜਾ ਬਾ ਟੁਕੜਾ ਨਿੱਕੇ ਨਿੱਕੇ ਟੁਕੜੇ ਪੜ੍ਹਦੇ ਆ ਔਰ ਆਪਣੀ ਮਰਜ਼ੀ ਔਰ ਆਪਣੀ ਆਦਤਾਂ ਔਰ ਆਪਣੀ ਅਵੇਲੇਬਿਲਿਟੀ ਦੇ ਮੁਤਾਬਕ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਔਰ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਐਕਚੁਅਲੀ ਇਟਸ ਅ ਹੋਲ ਥੀਮ। ਸੋ ਪੂਰੇ ਜ਼ਬੂਰਾਂ ਦੀਆਂ ਪੰਜ ਕਿਤਾਬਾਂ ਦੇ ਵਿੱਚ ਵੀ ਇੱਕ ਸੈਂਟਰਲ ਥੀਮ ਰਨ ਕਰਨ ਡਿਆ ਵਾ। ਠੀਕ ਹੈ, ਕਿਉਂਕਿ ਅਸੀਂ ਇਸ ਵੇਲੇ ਪੂਰੀ 5 ਕਿਤਾਬਾਂ 'ਚ ਨਹੀਂ ਜਾਵਾਂਗੇ। ਚੌਥੀ ਕਿਤਾਬ ਦਾ ਜਿਹੜਾ ਮੇਜਰ ਥੀਮ ਹੈ, ਉਹਦਾ ਜਿਹੜਾ ਮੇਨ ਕਰੈਕਟਰ ਹੈ, ਉਹ मूसा ਵੇ। ਔਰ मूसा ਜਿਹੜਾ ਵੇ, ਚੂੰਕਿ ਗਿਣਤੀ ਦੀ ਕਿਤਾਬ ਜਿਹੜੀ ਹੈ, ਉਹਦੇ ਵਿੱਚ ਜਿਹੜੇ ਹਾਦਸੇ ਹੋਏ ਨੇ, ਉਹ ਹਾਦਸੇ ਬਹੁਤ ਜ਼ਿਆਦਾ ਬੜੇ ਅਜੀਬ ਕਿਸਮ ਦੇ ਔਰ ਬੜੇ ਜਿਹਨੂੰ ਕਿ ਸੈਡ ਜਿਹਨਾਂ ਕਿਹਾ ਜਾਏ ਨਾ ਕਿ ਬੜੇ ਕੀ ਕਹਿ ਦਈਏ ਕਿ ਇੱਕ ਲਫ਼ਜ਼ ਅਸੀਂ ਯੂਜ਼ ਕਰਨਾ ਕਿ ਹੌਲਨਾਕ ਕਿਸਮ ਦੇ ਹਾਦਸੇ ਹੋਏ ਨੇ ਗਿਣਤੀ ਦੀ ਕਿਤਾਬ ਦੇ ਵਿੱਚ। ਉਹ ਮੈਂ ਤੁਹਾਨੂੰ ਸਿਰਫ ਦੋ ਤਿੰਨ ਜ਼ਿਕਰ ਕਰਾਂਗਾ ਕਿਹੜੇ ਹੋਏ। ਚੂੰਕਿ ਬਨੀ ਇਸਰਾਇਲ ਜਿਹੜੀ ਹੈ ਉਹ ਇਸ ਵੇਲੇ ਕਿੱਥੇ ਵੇ, ਬਿਆਬਾਨ ਦੇ ਵਿੱਚ। ਠੀਕ ਹੈ, मूसा ਨੇ ਜਦੋਂ ਸਾਰੀ ਚੀਜ਼ਾਂ ਲਿਖੀਆਂ ਨੇ ਉਹ ਕਿੱਥੇ ਸਨ ਉਦੋਂ, ਬਿਆਬਾਨ ਦੇ ਵਿੱਚ, 40 ਸਾਲ ਬਿਆਬਾਨ। ਸੋ ਇਹ ਜਿਹੜੀ ਚੌਥੀ ਕਿਤਾਬ ਹੈ, ਇਹ ਦਰਅਸਲ ਬਿਆਬਾਨ ਦੀ ਆਵਾਰਗੀ ਨੂੰ ਰਿਪਰੈਜ਼ੈਂਟ ਕਰਦੀ ਹੈ। ਠੀਕ ਹੈ, ਔਰ ਉਸ ਬਿਆਬਾਨ ਦੀ ਆਵਾਰਗੀ ਦੇ ਵਿੱਚ ਜਿਹੜੇ ਹਾਦਸੇ ਹੋਏ ਔਰ ਉਹਦਾ ਜਿਹੜਾ ਆਗਾਜ਼ ਹੈ, ਜਿਹੜਾ ਉਹਦਾ ਇੰਟਰੋਡਕਸ਼ਨ ਹੈ ਨਾ, ਉਹ ਕੀ ਹੈ ਤੁਸੀਂ ਵੇਖੋਗੇ। मूसा ਕੀ ਦੁਆ ਕਰਦਾ ਜੀ, या रब पुश्त दर पुश्त तू ही हमारी पनाह कर रहा है। बाप दादा याद है, पहला 15वां बाप दे विच गीत, ठीक है ना, कि तू हमारे बाप दादा से, okay, he is making a covenantal relationship with God। ठीक है, वो कह रहा जी पुश्त दर पुश्त खुदावन तू साडा की है, तू साडा खुदा है। लेकिन ਇਹ ਜਿਹੜਾ ਕਵੈਨੈਂਟ ਹੈ ਖੁਦਾ ਦਾ, ਖੁਦਾ ਨੇ ਕਿਦੋਂ ਯਾਦ ਕੀਤਾ ਸੀ, ਜਦੋਂ ਖੁਦਾ ਨੇ मूसा ਨੂੰ ਬਰਪਾ ਕੀਤਾ। ਤੁਹਾਨੂੰ ਯਾਦ ਜਦੋਂ ਖੁਦਾ ਨੇ मूसा ਨੂੰ ਬੁਲਾਇਆ ਸੀ ਜਲਦੀ ਝਾੜੀ ਤੋਂ ਕਿ ਮੈਂ ਤੇਰੇ ਬਾਪ ਇਬਰਾਹਿਮ, ਇਜ਼ਹਾਕ ਔਰ ਕਿਹਦਾ ਖੁਦਾ ਵਾਂ, ਯਾਕੂਬ ਦਾ ਖੁਦਾ ਵਾਂ। ਸੋ ਉਹਦੇ ਸਾਹਮਣੇ ਕੋਈ ਖੁਦਾ ਨਹੀਂ ਆਇਆ, ਉਹਦੇ ਸਾਹਮਣੇ ਸੇਮ ਗॉड is continuing the covenant although there is a gap of 400 years। 400 ਸਾਲ ਦਾ ਗੈਪ ਹੈ, ਇਹਦੇ ਬਾਵਜੂਦ ਖੁਦਾ ਜਦੋਂ ਆਪਣੇ ਅਹਿਦ ਨੂੰ ਯਾਦ ਕਰਦਾ ਵੇ, ਕੋਵੈਨੈਂਟ ਨੂੰ ਯਾਦ ਕਰਦਾ ਵੇ, ਤੇ ਖੁਦਾ ਕਹਿੰਦਾ ਵੇ ਮੈਂ ਤੇਰੇ ਬਾਪ ਇਬਰਾਹਿਮ, ਇਜ਼ਹਾਕ ਔਰ ਯਾਕੂਬ का क्या हूं, खुदा हूं। ठीक है जी। सो मूसा ਜਿਹੜਾ ਵੇ, ਇਹਦੀ ਉਮਰ ਜਿਹੜੀ ਹੈ ਉਹ ਟੋਟਲ ਬਣੀ ਜੀ 120 ਸਾਲ। ਠੀਕ ਹੈ, मूसा ਦੀ ਉਮਰ ਦੇ 40 ਤਿੰਨ ਹਿੱਸਿਆਂ ਨੂੰ ਅਸੀਂ ਤਿੰਨ ਹਿੱਸਿਆਂ ਤਕਸੀਮ ਕਰਨੇ ਆ। ਪਹਿਲੇ 40 ਸਾਲ ਐਜ਼ ਅ ਪ੍ਰਿੰਸ। ਠੀਕ ਹੈ, ਬਾਈਬਲ 'ਚ ਲਿਖਿਆ ਜੀ ਇਸਤਫਨਸ ਜਦੋਂ ਤਕਰੀਰ ਕਰਦਾ ਹੈ ਨਾ 7ਵੇਂ ਬਾਬ ਦੇ ਵਿੱਚ ਅਦਾਲਤ ਦੇ ਸਾਹਮਣੇ, ਅਮਾਲ ਦੀ ਕਿਤਾਬ, ਅਗਰ ਤੁਸੀਂ ਅਮਾਲ ਦੀ ਕਿਤਾਬ ਹਵਾਲਾ ਸਿਰਫ ਤੁਹਾਨੂੰ ਦੱਸਣ ਲੱਗਾ ਮੈਂ, 7ਵਾਂ ਬਾਬ ਅਗਰ ਪੜੋਗੇ ਉੱਥੇ ਸਟੀਫਨਸ ਦੀ ਤਕਰੀਰ ਹੈ। ਠੀਕ ਹੈ, ਸਟੀਫਨਸ ਜਿਹੜਾ ਵੇ, ਸਟੀਫਨ ਪਹਿਲਾ ਸ਼ਹੀਦ ਕਲੀਸਿਆ ਦਾ, ਉਹ ਯਹੂਦੀ ਅਦਾਲਤ ਦੇ ਸਾਹਮਣੇ ਮੌਜੂਦ ਹੈ ਔਰ ਉੱਥੇ ਕੀ ਕਹਿੰਦਾ ਵੇ ਕਿ मूसा काम और कलाम में कुदरत वाला नबी था। So first 40 years he raised as a prince। ठीक है, he was a prince, he was well educated और कलाम में लिखा है कि उसने मिस्र के तमाम अलूम की तालीम पाई थी। Okay, so he was well educated, he was raised as a prince, he was equipped as a prince। और पहले 40 साल तक अंदाजा करो मिस्र उस वेले इंज सी ਜਿਵੇਂ ਅੱਜ ਦੇ ਦੌਰ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਂ ਇੰਗਲੈਂਡ ਹੈ। ਔਰ ਉੱਥੋਂ ਦਾ ਜਿਹੜਾ ਕਿਉਰਿਕੂਲਾ, ਉੱਥੋਂ ਦੀ ਜਿਹੜੀ ਯੂਨੀਵਰਸਿਟੀਆਂ ਸਨ, ਦੇ ਵਰ ਵੈਲ, ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਯੂਨੀਵਰਸਿਟੀਆਂ ਸਨ। ਜਿਵੇਂ ਅੱਜ ਹਾਰਵਰਡ ਹੈ, ਸਾਡੇ ਕੈਲੀਫੋਰਨੀਆ 'ਚ ਕਿਹੜੀ ਹੈ ਸਾਰਿਆਂ ਨਾਲੋਂ ਮਸ਼ਹੂਰ, USC, UCLA, ਹੋਰ ਕਿਹੜੀ ਹੈ, ਸਟੈਨਫੋਰਡ, UCLA, ਬਰਕਲੇ। ਠੀਕ ਹੈ ਨਾ, ਲੋਕੀ ਦੁਨੀਆ 'ਚ ਜਨਾਬ ਪਿੱਛੇ ਪੈਂਦੇ ਨੇ। ਇੰਗਲੈਂਡ 'ਚ ਜਾ ਰਹੀ ਹੈ, ਚੌਹਾਨ ਸਾਹਿਬ, ਇੰਗਲੈਂਡ 'ਚ ਕਿਹੜੀਆਂ ਮਸ਼ਹੂਰ ਯੂਨੀਵਰਸਿਟੀਆਂ ਨੇ, ਲੋਕੀ ਪੂਰੀ ਦੁਨੀਆ 'ਚ ਹੁੰਦੇ ਨੇ? ऑक्सफोर्ड है, कैम्ब्रिज है, कैम्ब्रिज है, ऑक्सफोर्ड। ठीक है, अंदाजा लगाओ ਅੱਜ ਤੋਂ ਤਕਰੀਬਨ 3500 ਸਾਲ ਪਹਿਲਾਂ मूसा ਮਿਸਰ ਜਿਹੜੀ ਉਸ ਦੌਰ ਦੀ ਸਾਰਿਆਂ ਨਾਲੋਂ ਟੌਪ ਕਲਾਸ ਜਿਹੜੀ ਜਨਾਬ ਮੁਲਕ ਹੈ ਔਰ ਉੱਥੇ ਪੂਰੀ ਦੁਨੀਆ ਦੇ ਪ੍ਰਿੰਸ ਔਰ ਪ੍ਰਿੰਸੈਸ ਇਲੀਟ ਜਿਹੜੀ ਹੈ ਆ ਕੇ ਪੜ੍ਹਦੀ ਹੈ। ਸੋ ਮਿਸਰ ਕੇ तमाम ਅਲੂਮ ਨੇ ਕੀ ਪਾਈ ਸੀ, ਉਹਨੇ ਤਾਲੀਮ ਪਾਈ। ਹੀ ਵਾਜ਼ ਐਨ ਆਰਟਿਸਟ, ਹੀ ਵਾਜ਼ ਅ ਫਾਈਟਰ, ਹੀ ਵਾਜ਼ ਅ ਰਾਈਟਰ, ਹੀ ਵਾਜ਼ ਅ ਪ੍ਰੋਫਿਟ, ਹੀ ਵਾਜ਼ ਅ ਪੋਇਟ। ਮਤਲਬ ਜਿਹੜਾ ਵੀ ਕੋਈ ਇਲੀਟ ਕਲਾਸ ਜਿਹੜੀ ਕਿਸੇ ਵੀ ਚੀਜ਼ ਤਿਆਰ ਹੁੰਦੀ ਹੈ, ਮੋਜ਼ਸ ਵਾਜ਼ ਇਕਵਿਪਡ ਐਂਡ ਪ੍ਰੀਪੇਅਰਡ ਪਹਿਲੇ 40 ਸਾਲ। ਠੀਕ ਹੈ, ਦੂਜੇ 40 ਸਾਲ ਚਰਵਾਹਾ। ਅਸੀਂ ਵੇਖਦੇ ਹਾਂ
ਕਿ ਜਨਾਬ ਜਦੋਂ ਨਠਿਆ ਵੇ ਮਿਸਰ ਦੇ ਵਿੱਚੋਂ ਡਰ ਕੇ, ਤੇ ਅਗਲੇ 40 ਸਾਲ ਤੱਕ ਲਿਖਿਆ ਵੇ ਕਿ ਉਹ ਆਪਣੇ ਸੁਸਰ ਯਤਰੋ ਦੀਆਂ ਭੇਡਾਂ ਬੱਕਰੀਆਂ ਚਰਾਉਂਦਾ ਰਿਹਾ ਵੇ, ਔਰ ਉਹ ਸਾਰਾ ਇਲਾਕਾ ਖੁਦਾ ਨੂੰ ਕੀ ਕਰਾਇਆ, ਉਹ ਫਰਾਇਆ, ਜਿੱਥੋਂ ਉਹਨੇ ਅਗਲੇ 40 ਸਾਲ ਮਿਸਰੀਆਂ ਨੂੰ ਕੀ ਕਰਨਾ ਸੀ, ਉਹਨੇ ਉੱਥੋਂ ਕੌਮ ਨੂੰ ਲੈ ਕੇ ਟੁਰਨਾ। ਸੋ ਹੀ ਰਿਮੈਂਬਰ ਆਲ ਦਾ, ਇਟ ਵਾਸ ਕਾਈਂਡ ਆਫ ਅ ਨੈਵੀਗੇਸ਼ਨ, ਇਟ ਵਾਸ ਕਾਈਂਡ ਆਫ ਅ ਐਥਨੋਗ੍ਰਾਫੀ ਐਂਡ ਦਾ ਜਿਓਗ੍ਰਾਫਿਕਲ ਐਥਨੋਗ੍ਰਾਫੀ ਪੂਰੇ ਏਰੀਆ ਦਾ ਪਤਾ ਲੱਗ ਗਿਆ। ਠੀਕ ਹੈ, ਸੋ ਅਗਲੇ 40 ਸਾਲ ਉਹ ਕੀ ਰਿਹਾ ਵੇ, ਅਗਲੇ 40 ਸਾਲ ਉਹ ਚਰਵਾਹਾ ਰਿਹਾ ਵੇ। ਸੋ ਪ੍ਰਿੰਸ ਤੋਂ ਕੀ ਬਣਿਆ, ਉਹ ਚਰਵਾਹਾ। ਨਾਓ ਬਾਈਬਲ ਦੱਸਦੀ ਹੈ ਕਿ ਜਦੋਂ 80 ਸਾਲ ਦਾ ਸੀ ਫਿਰ ਖੁਦਾ ਨੇ ਉਹਨੂੰ ਬੁਲਾਇਆ। ਜਿਹੜੇ ਲੋਕੀ ਕਹਿੰਦੇ ਨਾ ਬੁੱਢੇ ਵਡੇਰੇ ਹੋ ਕੇ ਕਹਿੰਦੇ ਨੇ ਉਹ ਰਹਿ ਗਏ ਜੀ, ਗੋਡੇ ਰਹਿ ਗਏ ਤੇ ਗਿੱਟੇ ਰਹਿ ਗਏ, ਠੀਕ ਹੈ, ਉਹ ਮੂਸਾ ਤੋਂ ਸਿੱਖਣ 80 ਸਾਲ ਦੀ ਉਮਰ 'ਚ ਖੁਦਾ ਉਹਨੂੰ ਬੁਲਾ ਰਿਹਾ ਕਿ ਹੁਣ ਲੈ ਕੇ ਨਿਕਲ। ਠੀਕ ਹੈ, ਦੂਜੇ ਨੰਬਰ ਤੇ ਦ ਲੈਸਨ ਵਨ ਅਨਦਰ ਲੈਸਨ, ਜਿਹੜੇ ਲੋਕੀ ਸੋਚਦੇ ਨਾ ਕਿ ਜੀ ਫਟਾਫਟ ਇਧਰੋਂ ਕੀ ਸਾਡੇ ਜਾਂਦਾ ਤਲੀ ਸਰਸੋਂ ਜਮਾਈਏ, ਕੀ ਮੁਹਾਵਰਾ ਜੀ, ਹਥੇਲੀ पे सरसों, ਹਾਂ ਸਿਸਟਰ ਸੰਭਲ ਕੀ ਕਹਿੰਦੇ ਨੇ, हथेली पे सरसों। ਹਾਂ ਹਥੇਲੀ ਦੇ ਸਰਸੋਂ ਨੇ ਰਾਤੋਂ ਰਾਤ ਕੰਮ ਹੋ ਜਾਏ ਫਟਾਫਟ। ਅਸੀਂ ਜਨਰੇਸ਼ਨ ਆ ਨਾ, ਅਸੀਂ ਹਰ ਚੀਜ਼ ਸਵਾਈਪ ਕਰਨੇ ਆ ਫਟਾਫਟ, ਇਧਰੋਂ ਜਨਾਬ ਸੈਕਿੰਡ ਉਹ ਸਾਡਾ ਇੰਟਰਨੈਟ ਨਾਲ ਕੰਮ ਕਰੇ 1 ਮਿੰਟ ਸਾਨੂੰ ਵਕਤ ਪੈ ਜਾਂਦਾ, ਇੰਟਰਨੈਟ ਕਿੱਧਰ ਗਿਆ, ਠੀਕ ਹੈ ਨਾ, ਕਿਉਂਕਿ ਫਾਸਟ ਨਹੀਂ ਚੱਲਦਾ ਪਿਆ, 4G 3G ਦੇ ਕੰਮ ਹੀ ਨਹੀਂ ਕਰਦਾ ਬਿਲਕੁਲ। ਸੋ ਵੀ ਨੀਡ ਐਕਚੁਅਲੀ ਈਜ਼ੀ ਐਕਸੈਸ, ਫਾਸਟ ਐਕਸੈਸ। ਖੁਦਾ ਨੂੰ ਆਪਣਾ ਬੰਦਾ ਤਿਆਰ ਕਰਨ ਲਈ 80 ਸਾਲ ਲੱਗੇ, 80 ਸਾਲ। ਖੁਦਾਵੰਦ ਯਿਸੂ ਮਸੀਹ ਨੂੰ 30 ਸਾਲ ਲੱਗੇ, ਖਿਦਮਤ ਕਿੰਨੇ ਸਾਲ, 3.5 ਸਾਲ। ਠੀਕ ਹੈ, ਮੂਸਾ ਦੀ ਖਿਦਮਤ ਕਿੰਨੇ ਸਾਲ, ਮੂਸਾ ਦੀ ਖਿਦਮਤ ਅਗਲੇ 40 ਸਾਲ, ਤਿਆਰੀ ਕਿੰਨੇ ਸਾਲਾਂ ਦੀ, 40 ਸਾਲ, 80 ਸਾਲਾਂ ਦੀ, 80 ਸਾਲ ਤਿਆਰੀ ਲੱਗੇ, 80 ਸਾਲ, 80 ਸਾਲ। ਸੋ ਜਿਹੜੇ ਲੋਕ ਬਣਦੇ ਨਾ ਰਾਤੋਂ ਰਾਤ ਸਟਾਰ ਬਣਨ ਦੀ ਕੋਸ਼ਿਸ਼ ਕਰਦੇ ਨੇ, ਰਾਤੋਂ ਰਾਤ ਬਗੈਰ ਹਿੰਗ ਲੱਗੇ ਨਾ ਫਟਕੜੀ ਰੰਗ ਵੀ ਚੋਖਾ ਆ ਜਾਏ ਤੇ ਮਤਲਬ ਜੋ ਮਰਜ਼ੀ ਕਰੀ ਜਾਏ ਹੈ, ਤੇ ਉੱਚਾ ਨਾਮ ਫੀਕੇ ਪਕਵਾਨ ਵਾਲੀ ਗੱਲ ਹੁੰਦੀ ਹੈ, ਫਿਰ ਮਤਲਬ ਕੰਮ ਕੋਈ ਨਹੀਂ ਹੁੰਦਾ ਵਿੱਚ। ਸੋ ਵੈਨ ਗੋਡ ਕ੍ਰੀਏਟ ਸਮਥਿੰਗ, ਖੁਦਾ ਦੇ ਨਜ਼ਦੀਕ ਕੁਆਂਟੀਟੀ ਅਹਿਮੀਅਤ ਨਹੀਂ ਰੱਖਦੀ, ਖੁਦਾ ਦੇ ਨਜ਼ਦੀਕ ਕੁਆਲਿਟੀ, ਮਿਆਰ ਕੀ ਹੈ, ਸਟੈਂਡਰਡ ਕੀ ਹੈ ਖੁਦਾ ਦਾ। ਠੀਕ ਹੈ, ਸੋ ਖੁਦਾ ਜਦੋਂ ਵੱਡਾ ਕੰਮ ਕਰੇਗਾ, ਤਿਆਰੀ ਔਰ ਉਹਦੀ ਪ੍ਰੈਪਰੇਸ਼ਨ ਔਰ ਲੀਡਰਸ਼ਿਪ ਓਨੀ ਜ਼ਿਆਦਾ ਡੀਪ ਡਾਊਨ ਹੋਏਗੀ, ਉਨੀ ਜ਼ਿਆਦਾ ਤਿਆਰ ਹੋਏਗੀ। ਅਦਰਵਾਈਜ਼ ਤੁਹਾਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ, ਜਿਹਦੇ ਕੋਲ ਫੋਨ ਹੈ, ਜਿਹਦੇ ਕੋਲ ਬਾਈਬਲ ਆਪਣੀ ਜ਼ੁਬਾਨ 'ਚ ਹੈ, ਉਹ ਪ੍ਰੋਫਿਟ ਹੈ, ਉਹ ਨਬੀ, ਜੋ ਮਰਜ਼ੀ ਬੋਲੀ ਹੈ, ਕਿ ਕਰਦੇ ਕਿਹੜਾ ਪੁੱਛਣ ਵਾਲਾ ਕੋਈ। ਸੋ ਅਸੀਂ ਵੇਖਦੇ ਹਾਂ ਕਿ 80 ਸਾਲ ਲੱਗੇ ਮੂਸਾ ਨੂੰ, ਐਂਡ ਨੈਕਸਟ 40 years was he led the nation, ਔਰ ਅਗਲੇ 40 ਸਾਲ ਤੱਕ ਬਿਆਬਾਨ ਦੇ ਵਿੱਚ ਉਹਨਾਂ ਨੂੰ ਲੈ ਕੇ ਉਹ ਟੁਰਦਾ ਰਿਹਾ। ਸੋ ਮੂਸਾ ਦੀ ਉਮਰ 120 ਸਾਲ ਦੀ ਹੋਈ, ਔਰ ਅਸੀਂ ਵੇਖਦੇ ਹਾਂ ਕਿ ਉਸ ਦੌਰਾਨ ਬੜੇ ਹਾਦਸੇ ਹੋਏ। ਗਿਣਤੀ ਦੀ ਕਿਤਾਬ ਵਿੱਚ ਜਦੋਂ ਅਸੀਂ ਜ਼ਬੂਰ ਦੇ ਵਿੱਚ ਉਤਰਾਂਗੇ, 2-3 ਚੀਜ਼ਾਂ ਮੈਂ ਤੁਹਾਡੇ ਸਾਹਮਣੇ ਹੁਣ ਲਾਸਟ ਦੱਸਣ ਲੱਗਾ ਵਾਂ, ਫਿਰ ਅਸੀਂ ਟੈਕਸਟ ਵੱਲ ਜਾਵਾਂਗੇ। ਬਾਕੀ ਜਿਹੜੇ ਸਾਡੇ ਪੈਨਲਿਸਟ ਨੇ, ਇੰਪੋਰਟੈਂਟ ਚੀਜ਼ ਕੀ ਹੈ, ਗਿਣਤੀ ਦੀ ਕਿਤਾਬ ਵਿੱਚ 2-3 ਬੜੇ ਵੱਡੇ ਔਰ ਬੜੇ ਸੈਡ ਜਿਹਨੂੰ ਕਿਹਾ ਜਾਏ ਨਾ, ਹੈਵੀ ਹਾਦਸੇ ਹੋਏ। ਪਹਿਲਾ ਹਾਦਸਾ ਕੀ ਹੋਇਆ, ਪਹਿਲੇ 19 ਬਾਬ ਤੇ ਗਿਣਤੀ ਕਰਾਈ ਖੁਦਾ ਨੇ, ਠੀਕ ਹੈ, ਸਾਰੇ ਗਿਣਤੀ ਹੋ ਗਈ, 19 ਸਾਲ ਤੋਂ ਲੰਘ ਗਏ। ਉਹਦੇ ਬਾਅਦ ਖੁਦਾ ਨੇ ਸ਼ਰੀਅਤ ਦੁਬਾਰਾ ਯਾਦ ਕਰਾਈ, ਰੈੱਡ ਕਾਓ ਦਾ, ਕਿ ਤੁਹਾਂ ਸਾਰੇ ਪਿਓਰਿਟੀ ਦੇ ਲਾਅ ਕੀ ਹੋਣਗੇ, ਕਾਹਨਾਂ ਨੂੰ, ਹਾਰੂਨ ਦੇ ਘਰਾਣੇ ਸਾਰਿਆਂ ਨੂੰ, ਉਹਨਾਂ ਸਾਰਿਆਂ ਨੂੰ ਡਿਸਾਈਡ ਕੀਤਾ। ਖੁਦਾ ਨੇ ਕਹਾਣਾ ਦਿੱਤੀ ਸਾਰਿਆਂ ਨੂੰ, ਐਵਰੀਥਿੰਗ ਵਾਸ ਡਨ। ਨਾਓ ਕਲਾਮ ਵਿੱਚ ਲਿਖਿਆ ਜੀ ਕਿ ਉਹ ਮਾਰਾਂ ਦੇ ਮਕਾਮ ਤੇ ਆਏ, ਉੱਥੇ ਪਾਣੀ ਨਾ ਲੱਭਿਆ। ਠੀਕ ਹੈ, ਜਦੋਂ ਪਾਣੀ ਨਾ ਲੱਭਿਆ ਤੇ ਬਨੀ ਇਸਰਾਇਲ ਕੌਮ ਤੇ ਮਿਲੀ ਜੁਲੀ ਭੀੜ ਜਿੰਨੀ ਸੀ ਨਾ, ਅੱਜ ਅੱਛਾ ਮਿਲੀ ਜੁਲੀ ਭੀੜ ਦੀ ਲਫ਼ਜ਼ ਪੜੋਗੇ ਤਾਂ ਮੈਂ ਵੀ ਡਿਫਾਈਨ ਕਰਦਾ। ਮਿਲੀ ਜੁਲੀ ਭੀੜ ਦਾ ਮਤਲਬ ਹੈ ਜੀ ਕਿ ਜਿਹੜੇ ਨਾਨ ਜਿਊਸ਼ ਲੋਕੀ ਸਨ, ਜਿਹੜੇ ਨਾਨ ਹਿਬਰੂ, ਜਿਹੜੇ ਉਹਨਾਂ ਦੇ ਨਾਲ ਮੁਲਕ ਮਿਸਰ ਚੋਂ ਨਿਕਲੇ ਹਨ। ਠੀਕ ਹੈ, ਦੇਖੋ ਤੇ ਮਿਸਰ ਸਿਰਫ ਮਿਸਰ ਨਹੀਂ ਹੈ ਨਾ ਰਹਿੰਦੇ, ਅੱਜ ਅਮਰੀਕਾ 'ਚ ਸਿਰਫ ਅਮਰੀਕਨ ਤੇ ਨਾ ਰਹਿੰਦੇ, ਕਿੰਨੇ ਲੋਕ, ਕਿੰਨੀ ਦੁਨੀਆ ਵਸਦੀ ਹੈ, ਕਿੰਨੇ ਕੌਮਾਂ ਵਸਦੀਆਂ ਨੇ। ਠੀਕ ਹੈ, ਸੋ ਐਨਜੀ ਮਿਸਰ ਦੇ ਵਿੱਚ ਵੀ ਉਦੋਂ ਜਿਹੜੇ ਬਾਕੀ ਲੋਕ ਸਨ ਨਾਨ ਹਿਬਰੂ ਔਰ ਨੇਟਿਵ ਜਿਹੜੇ ਮਿਸਰੀ ਸਨ, ਨੇਟਿਵ ਮਿਸਰੀ ਤੇ ਖੁਦਾ ਨੇ ਪਹਿਲਾਂ ਉੱਠੇ ਮਾਰੇ ਸਾਰਿਆਂ ਦੇ, ਉਹ ਤੇ ਵਿਚਾਰੇ ਵੈਣ ਪਏ ਹੈ ਸਾਰੇ, ਉਹ ਸਾਰੇ ਬਿਜ਼ੀ ਹਨ ਆਪਣੇ ਮੁਰਦੇ ਦਫਨਾਨ ਦੇ ਵਿੱਚ ਤੇ ਮਾਰ ਆਪਣਾ ਬਿਜ਼ੀ ਸਾਰੇ। ਲੇਕਿਨ ਜਿਹੜੀ ਮਿਲੀ ਜੁਲੀ ਭੀੜ ਸੀ ਨਾ, ਵੇਖਿਆ ਯਾਰ ਇਹਨਾਂ ਦੇ ਖੁਦਾ ਨੇ ਬੜੇ ਕੰਮ ਕੀਤੇ ਨੇ, ਔਰ ਪੂਰੀ ਕੌਮ ਹੀ ਕੱਢ ਕੇ ਲੈ ਚੱਲਾ, ਵੀ ਅਸੀਂ ਵੀ ਕੀ ਕਰੀਏ, ਅਸੀਂ ਵੀ ਨਾਲ ਹੀ ਤਿਲਕ ਚਲੀਏ, ਸਾਡਾ ਵੀ ਕੰਮ ਬਣ ਜਾਏਗਾ। ਠੀਕ ਹੈ, ਔਰ ਇਹ ਜੋ ਭੀੜ ਸੀ ਜਿਹਨੇ ਅੱਗੇ ਜਾ ਕੇ ਖਰਾਬੀ ਪਾਈ। ਠੀਕ ਹੈ, ਉਹਨਾਂ ਕੀ ਆਖਿਆ, ਲਿਖਿਆ ਜੀ, ਔਰ ਮਿਲੀ ਜੁਲੀ ਭੀੜ ਬੜੀ ਹਿਰਸ ਕਰਨੇ ਲੱਗੀ। ਹਿਰਸ ਕੀ ਕਰਨ ਲੱਗੀ, ਉਹ ਸਾਨੂੰ ਤੇ ਮੱਛੀ ਯਾਦ ਹੁੰਦੀ ਹੈ, ਤੇ ਸਾਨੂੰ ਤੇ ਗੰਢੇ ਯਾਦ ਹੁੰਦੇ ਨੇ, ਤੇ ਸਾਨੂੰ ਤੇ ਫਲਾਂ ਮੂਸਾ ਤੇਰਾ ਬੇੜਾ ਤਰ ਜੇ ਕਿੱਥੇ ਲੈ ਆ ਸਾਨੂੰ ਮਾਰਨ ਲਈ ਹੈ ਬਿਆਬਾਨ ਚ, ਨਾ ਕੋਈ ਪਾਣੀ ਨਾ ਧਾਣੀ ਨਾ ਗੱਲ ਨਾ ਬਾਤ। ਠੀਕ ਹੈ ਨਾ, ਉਹ ਅਸੀਂ ਪਿਛਲੇ ਦਿਨਾਂ ਕੈਂਪ ਵੇਖਣ ਗਏ ਨਾ, ਅਸੀਂ ਕੈਂਪ ਕਰ ਰਹੇ ਆਪਣੇ ਬੱਚਿਆਂ ਦਾ, ਤੇ ਉਹ ਅਸੀਂ ਕੈਂਪ ਵੇਖਣ ਗਏ। ਹੁਣ ਕੈਂਪ ਦਾ ਮਤਲਬ ਹੈ ਜਿਹੜੇ ਬੱਚੇ ਅਮਰੀਕਨ ਜਾਂ ਵੈਸਟਰਨ ਵਰਲਡ ਵਿੱਚ ਪਲੇ ਵਧੇ ਨਾ, ਉਹਨਾਂ ਨੂੰ ਪਤਾ ਕੈਂਪ ਕੀ ਹੁੰਦਾ, ਉਹਨਾਂ ਨੂੰ ਪਤਾ ਜੀ ਜ਼ਮੀਨ ਤੇ ਕਿਵੇਂ ਸੌਣਾ ਵੇ, ਉਹਨਾਂ ਨੂੰ ਪਤਾ ਜੀ ਬੰਕਰ ਬੈੱਡ ਦੇ ਵਿੱਚ ਕਿਵੇਂ ਜਾਣਾ ਵੇ, ਤੇ ਜਨਾਬ ਤੁਹਾਂ ਜਦੋਂ 2 ਨਾਈਟ ਲਈ ਜਾਣਾ ਵੇ, ਤੇ ਇਹੀ ਸੋਚੀਏ ਪਈ ਯਾਰ ਸਾਡੀ ਦੇਸੀ ਪਬਲਿਕ ਜਿਹੜੀ ਉਹ ਤੇ ਵਿਚਾਰੀ, ਉਹ ਤੇ ਆਖੇ ਵੀ ਸਾਨੂੰ 5 ਸਟਾਰ ਵਾਲਾ ਕੰਮ ਦਿਓ ਇੱਥੇ ਹੈ, ਮਤਲਬ ਸਾਨੂੰ ਹੋਟਲ ਵੀ ਦਿਓ, ਸਾਨੂੰ ਬੈੱਡ ਵੀ ਦਿਓ, ਸਾਨੂੰ ਇਹ ਵੀ ਦਿਓ, ਤੇ ਮਾਰ ਸਾਨੂੰ ਸਵੇਰੇ ਨਾਸ਼ਤਾ ਨਹੀਂ ਅੱਛਾ ਮਿਲਿਆ, ਸਾਨੂੰ ਫਿਰ ਭੁੱਖ ਲੱਗ, ਮਤਲਬ ਅਸੀਂ ਬੜੀਆਂ ਚੀਜ਼ਾਂ ਸੋਚੀਏ ਪਈਏ। ਮਕਸਦ ਹੈ ਵੀ ਕਹਿੰਦਾ ਮਿਲੀ ਜੁਲੀ ਭੀੜ ਜਿਹੜੀ ਹੈ ਉਹ ਹਿਟਸ ਕਰਨ ਲੱਗੀ, ਔਰ ਉੱਥੇ ਖੁਦਾ ਨੇ ਪਹਿਲੀ ਵਾਰੀ ਮੂਸਾ ਨੇ ਕਿਹਾ ਚਟਾਨ ਦੇ ਵਿੱਚੋਂ ਕੀ ਕੱਢ, ਪਾਣੀ ਕੱਢ। ਠੀਕ ਹੈ, ਖੁਦਾ ਨੇ ਉੱਥੇ ਨੇ ਕਿਹਾ ਕਿ ਤੂੰ ਲਾਠੀ ਕੀ ਕਰਨੀ ਹੈ, 1 ਵਾਰੀ ਮਾਰਨੀ ਹੈ ਤੇ 2 ਵਾਰੀ ਪਾਣੀ ਕੱਢਿਆ, ਇਹ ਪਹਿਲੀ ਵਾਰੀ ਹੋਇਆ। ਠੀਕ ਹੈ, ਪਹਿਲੀ ਵਾਰੀ ਹੋਇਆ।
ਦੂਜੀ ਵਾਰੀ ਕੀ ਹੋਇਆ, ਉੱਥੋਂ ਹੀ ਖੁਦਾ ਨੇ ਜਿਹੜੇ ਨਾ ਕੱਲੇ मूसा ने जासूस कले ताकि मुल्क यरू दा हाल दरियाफ्त करते हो, ठीक है। वो आ गए रोंदे पिटदे, 10 जसूसा ने क्या मारे गए भाई, वो ते अही उन्हां सामने आंदे जिवें टिड्डे हुंदे आ, वन के टिड्डे वड्डे जायंट वो आंदा असी ते रह गए ते ढह गए ते मूसा कित्थे मारन लाए आ। दो बंदियां क्या नो नो उन्हें क्या वेखो खुदा सानू पिछे जिताया, असी इन्हां नूं लैके जावांगे, फिकर ना करो तुसीं, ठीक है। लेकिन तुहानूं पता ऑलवेज मेजोरिटी रिपोर्ट इज मेजोरिटी रिपोर्ट, हर बंदा मेजोरिटी दे टुर पैंदा। पब्लिक खिलाफ हो गई मूसा दे, खुदा दा कहर जिहड़ा वे ना जाहिर होया कलाम में लिखा हुए, और खुदा ने सजा ए दित्ती कि 40 दिनों का सफर कितने साल में चला गया, 40 साल, ठीक है जी। दूजे नंबर पे उन्होंने फिर अगे फिर हिरस की, फिर मूसा के खिलाफ खड़े हो गए, फिर उत्थे लिखा हुआ खुदा ने जलान वाले सप कले, जिहड़े सप मारे गए, तकरीबन मेरे ख्याल है कि 20-25,000 बंदा उदों फड़ गया, ठीक है। सो 2-3 और बाद जंगा हारनियां शुरू हो गई क्योंकि इन्होंने खुदा दे जेहड़े ना, एक बड़ा हादसा की होया 25 बाब तो अगे कि बलक बिन फगूर ने बुलाया बलाम नूं, जिहदी खोती नहीं बोली, ठीक है। बलाम ने बुलाया कि इहदे ते लानत कर कौम आई है, ते ए भी गिनती दी किताब है। सो गिनती दी किताब है जे 2-3 बड़े वड्डे वड्डे वाकयात ने। वो बलाम लानत कर लगे, खुदा दे मुंह लानत ना कढे, ठीक है ना। अल्टीमेटली उन्हें क्या पाई, ए कौम इंज रज इंज विच के बैठी है जिवें शेरनी बेंदी है। इन्हां दे खिलाफ ना कोई जादू असर करता है, ना कोई टोना असर करता है, तो ना कोई अफसून चलता है। आ जिन्ने क्रिश्चियन बैठे सुनन डे ना, जिहड़े समझदे ने कि साडे ते जादू हो गया, ते टोना हो गया, ते फलाना कोई अमल कट गया, ते ये कर गया, ठीक है, कुछ भी नहीं हुंदा। अगर तुसी खुदा दे हत्थ दे थल्ले हो, और अगर तुसी बिलीवर, खुदा दा रूह तुहाडे अंदर काम करदा वे, जादू टोना तुहाडे ते कोई असर नहीं कर सकता। खुदा जादू टोना करन वाले दी ज़बानां तक ही कर दिंदा वे, मुट्ठी बंद कर दिंदा वे, ठीक है। बलाम दा खुदा इंज कीता, बलाम ने कोई 3-4 अटैम्प्ट्स कीतियां, कुर्बानियां भी चाड़ियां, लेकिन जदों मूंह बोलण लगे ओदा मुंह बंद, जदों कोई गल करन लगे ओदा मुंह बंद। वो आखे भाई इंज नहीं होना, अनटिल और अनलेस ने क्या बाहरों इन्हां ते हमला नहीं हो सकदा किसी किस्म दा भी, ना स्पिरिचुअल ना फिजिकल। व्हाट यू हैव टू डू, इन्हां नूं इन्हां दे प्रोटेक्शन हैज दे विचों कढो। और किवें कढिया उन्हें क्या बाकी नहीं लै सकदे इन्हां नूं। अगर तुसी घेर सकदे हो ना, हुण आइडिया कौन देन लगा वे, जिहड़ा लानत करन लई आया सी बलाम, ठीक है। उन्हें की आइडिया दिता, उन्हें क्या भाई इन्ना सिर्फ रिजना दे ते आंड गवांड दियां जिहड़ियां खूबसूरत लड़कियां औरतां ना जिहड़ियां, तुसी इन्हां नूं उन्हां दे पासे लाओ। ਉਹ ਜਦੋਂ ਇਹਨਾਂ ਨੂੰ ਘੇਰਨਗੀਆਂ ਨਾ, ਜਦੋਂ ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਨਾ ਹਨੀ ਪੌਟ, ਇੱਕ ਟਰਮ ਯੂਜ਼ ਹੁੰਦੀ ਹੈ, ਜੰਗੀ ਟਰਮ, ਇੱਕ ਬਹੁਤ ਸਾਰੀਆਂ ਸੀਕ੍ਰੀਟ ਏਜੰਸੀਜ਼ ਯੂਜ਼ ਕਰਦੀਆਂ ਨੇ, ਠੀਕ ਹੈ। ਦੇ ਪ੍ਰੀਪੇਅਰ ਵੂਮਨਸ ਟੂ ਟ੍ਰੈਪ ਐਂਡ ਟੂ ਡੂ ਫॉर द ਸਰਵਿਸ ਇਨ ਇੰਟੈਲੀਜੈਂਸ ਸਰਵਿਸਿਜ਼। ਸੋ ਬਲਾਮ ਨੇ ਹਨੀ ਟ੍ਰੈਪ ਦਿੱਤਾ, ਉਹਨੇ ਕਿਹਾ ਜੀ ਇਹਨਾਂ ਨੂੰ ਖੂਬਸੂਰਤ ਔਰਤਾਂ ਪਿੱਛੇ ਲਾਓ ਤੇ ਵੇਖੋ ਰਾਤੋਂ ਰਾਤ ਕੰਮ ਹੁੰਦੇ, ਔਰ ਉਹੀ ਕੰਮ ਹੋ। ਉਧਰੋਂ ਜਨਾਬ ਉਹ ਇਰਦ ਗਿਰਦ ਦੀਆਂ ਕੌਮਾਂ ਦੇ ਜਿਹੜੀਆਂ ਔਰਤਾਂ ਹਨ ਉਹ ਨਾ ਉਹਦੇ ਪਿੱਛੇ ਲਾਈਆਂ, ਔਰ ਰਿਜ਼ਲਟ ਕੀ ਨਿਕਲਿਆ कि वबा फैली, और तकरीबन एक होर 20-25 हज़ार बंदा उहदा फड़ गया। अल्टीमेटली उन्हें तौबा करनी पई। सो असीं वेखदे हां कि किन्ने बंदे मारे गए सिर्फ गिनती दी किताब दे विच, किन्ने वड्डे वड्डे हादसे। एक होर जिहड़ा पर्सनल हादसा होया मूसा दे नाल, तुसीं जिहड़ा गिनती दी किताब दा 20 बाब ओहदी पहली आयत पढ़दे, ओहदी भैन मरियम जेहड़ी ना वड्डी वो फौत हो गई, ठीक है। ਉਹਦੇ बाद 20वें बाब दी आखिरी आयत, पहली आयत दे विच मरियम फौत होई है, और उस चैप्टर दी आखिरी आयत दे विच ओहदा छोटा ओहदा वड्डा भरा हारून वो फौत हो गया, ठीक है। सो मूसा दी फैमिली जिहड़ी इमीडिएट फैमिली सी, और तुहानूं याद है मरियम ने उहनूं किवें पालिया सी। मरियम ओहदी वड्डी भैन सी, और जदों वगाया गया सी दरिया दे विच, मरियम ही मगर मगर गई सी वेखण लई कि टोकरी किधर नूं जा रही है, ठीक है ना। सो मरियम मूसा सार नाल वड्डी सी, उदों छोटा कौन सी, हारून। हारून भी मर गया, हुण मूसा बाकी रह गया, कल्ला रह गया वे। सो दैट वाज द ब्लो टू मोसेस लाइफ इन द बुक ऑफ नंबर्स, गिनती दी किताब विच सारे काम होए। लेकिन जिहड़ा आखिरी ब्लो जिहड़ा असीं पढ़ने आ ना, ओहो दैट इज इररिपेयरेबल। और ओ की सी, डिट्रोनमी इस्तस्ना दी किताब है जी, और ओहदा 32 बाब है, और ओहदी 48 तो 51 आयत। बुक ऑफ डिट्रोनमी इस्तस्ना chapter 31 verse 48 till 52, और ਉਹਦੇ ਬਾਅਦ अंकल जोशुआ ਤੁਸੀਂ ਕੱਢਿਓ 34 इस्तस्ना बुक of Deuteronomy chapter 34, और ਉਹਦੀ ਪਹਿਲੀ ਚੌਥੀ ਤੇ ਪੰਜਵੀਂ ਆਇਤ। ਤੁਹਾਂ ਚੈਪਟਰ 34 ਤੇ ਰਹਿਣਾ अंकल जी। सिस्टर सुंबल ਤੁਸੀਂ अगर जरा खोलो 31
Deuteronomy 31 और 32 नहीं जी 31 सॉरी यस 32 यस जी एक मिनट ठीक है यस 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 हाँ जी 32 हाँ जी मैं कर ले 48 आयत तो ऑनवर्ड पढ़ो जी दा जी इस्तिश्ना च- च- 32 बाब 48 आयत से 51 आयत तक। और उसी दिन खुदावंद ने मूसा से कहा कि तू उस कोहे अबारीम पर चढ़कर नबू की चोटी को जो यरू के मुकाबिल मुल्क मोआब में है और कनान के मुल्क को जिसे मैं मेरास के तौर पर बनी इसराइल को देता हूँ देख ले। और उसी पहाड़ पर जहाँ तू जाए वफात पाकर अपने लोगों में शामिल हो, जैसे तेरा भाई हारून हूर के पहाड़ पर मरा और अपने लोगों में जा मिला। इसलिए कि हाँ जी थैंक यू वेरी मच ਅਸੀਂ ਵੇਖਦੇ ਹਾਂ ਜੀ ਕਿ ਖੁਦਾ ਨੇ ਮੂਸਾ ਨੂੰ ਪਹਿਲਾਂ ਦੱਸ ਦਿੱਤਾ ਵੇ ਕਿ ਭਾਈ ਤੂੰ ਕੋਹੇ ਅਬਾਰੀਮ ਤੇ ਚੜ ਕਰ ਨਬੂ ਕੋਹੇ ਨਬੂ ਠੀਕ ਹੈ ਇਹ ਪਹਾੜ ਹੈ ਜਿੱਥੇ ਮੂਸਾ ਦੀ ਡੈਥ ਹੋਈ ਹੈ ਖੁਦਾ ਨੇ ਕਿਹਾ ਕਿ ਤੂੰ ਉੱਥੇ ਮਰ ਜਾਏਗਾ ਲੇਕਿਨ ਜਿਹੜੀ ਟ੍ਰੈਜਡੀ ਹੋਈ ਹੈ ਟ੍ਰੈਜਡੀ ਪਤਾ ਕੀ ਹੋਈ ਹੈ ਟ੍ਰੈਜਡੀ ਇਹ ਹੋਈ ਹੈ ਕਿ ਖੁਦਾ ਨੇ ਮੂਸਾ ਨੂੰ ਵੀ ਕਿਹਾ ਕਿ ਤੂੰ ਉਸ ਮੁਲਕ ਨੂੰ ਉੱਤੋਂ ਅੱਖਾਂ ਨਾਲ ਵੇਖ ਲੈ ਤੂੰ ਜਾ ਨਹੀਂ ਪਾਏਗਾ even Moses was not allowed to enter in a promised land. This is a big tragedy, huge tragedy. ਵੱਡੇ ਵੱਡੇ ਖਾਦਮ ਵੱਡੇ ਵੱਡੇ ਲੋਕ ਜਿਹੜੇ ਨਾ ਤੁਸੀਂ ਵੇਖੋਗੇ ਕਿ ਉਹ ਪੂਰੀ ਦੁਨੀਆ ਨੂੰ ਤਾਲੀਮ ਦੇਣਗੇ ਪੂਰੀ ਦੁਨੀਆ ਨੂੰ ਲੈ ਕੇ ਚੱਲਣਗੇ ਲੀਡਰਸ਼ਿਪ ਹੋਣਗੇ ਲੇਕਿਨ they fall and fail badly. ਆਪੀ ਦਾਖਲ ਨਹੀਂ ਹੋ ਸਕਿਆ ਇਹਦਾ ਮਤਲਬ ਇਹ ਨਹੀਂ ਕਿ ਖੁਦਾ ਨੇ ਉਹਨੂੰ ਆਪਣੇ ਐਦ ਵਿੱਚ ਸ਼ਾਮਲ ਨਹੀਂ ਕੀਤਾ ਜਾਂ ਖੁਦਾ ਦੇ ਲੋਕਾਂ 'ਚ ਨਹੀਂ ਜਾ ਸਕਿਆ स्पिरिचुअल वर्ल्ड ਦੇ ਵਿੱਚ ਉਹਦੀ ਰੂਹ ਜਿਹੜੀ ਸੀ ਔਰ ਮੂਸਾ ਦੀ ਜਿਹੜੀ ਲਾਈਫ ਹੈ that is still valid ਲੇਕਿਨ ਮੂਸਾ ਫਿਜ਼ੀਕਲੀ ਜਿਹੜਾ ਪ੍ਰੋਮਿਸ ਲੈਂਡ ਸੀ ਉਹਦੇ ਵਿੱਚ ਜਾ ਨਹੀਂ ਸਕਿਆ ਉਹਦੀ ਕੀ ਰੀਜ਼ਨ ਹੋਈ ਉਹ ਫਿਰ ਕਿਸੇ ਟਾਈਮ ਮੌਕਾ ਮਿਲਿਆ ਮੈਂ ਦੱਸਾਂਗਾ ਮੂਸਾ ਕੋਲੋਂ ਕੀ ਗੁਨਾਹ ਹੋਇਆ ਔਰ ਮੂਸਾ ਔਰ ਹਾਰੂਨ ਨਾਲ ਕੀ ਗਲਤੀ ਹੋਈ ਕਿ ਖੁਦਾ ਨੇ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਨਹੀਂ ਜਾ ਸਕੋਗੇ ਲੇਕਿਨ ਅੱਗੇ ਅਸੀਂ ਪੜ੍ਹਦੇ ਹਾਂ 34 ਬਾਬ ਜੀ ਅੰਕਲ ਜੀ ਕਿੰਨੀ ਆਇਤ ਤੋਂ ਜੀ ਪਹਿਲੀ ਆਇਤ ਔਰ ਫਿਰ 5ਵੀਂ ਆਇਤ ਅੱਛਾ मूसा व्यवस्था सार ਉਹਦੇ 34 ਬਾਬ ਤੇ ਦੀ ਪਹਿਲੀ ਆਇਤ ਤੇ ਚੌਥੀ ਆਇਤ मूसा ਮੁਆਬ ਦੇ ਮੈਦਾਨ ਤੋਂ ਨਬੋ ਪਹਾੜ ਨੂੰ ਪਿਸਗਾ ਦੀ ਚੋਟੀ ਉੱਤੇ ਜਿਹੜਾ ਯਰੀਹੋ ਦੇ ਅੱਗੇ ਹੈ ਚੜ ਗਿਆ ਅਤੇ ਯਹੋਵਾ ਨੇ ਉਸ ਨੂੰ ਗਿਲਆਦ ਦੀ ਸਾਰੀ ਧਰਤੀ ਦਾਨ ਤੀਕ ਵਿਖਾਈ ਚੌਥੀ ਆਇਤ ਤਾਂ ਯਹੋਵਾ ਨੇ ਉਸ ਨੂੰ ਆਖਿਆ ਇਹ ਉਹ ਦੇਸ਼ ਹੈ ਜਿਹਦੀ ਸਹੁੰ ਮੈਂ ਅਬਰਾਹਮ ਇਜ਼ਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਇਹ ਤੇਰੀ ਅੰਸ਼ ਨੂੰ ਦਿਆਂਗਾ ਮੈਂ ਤੈਨੂੰ ਤੇਰੀ ਅੱਖੀ ਇਹ ਵਿਖਾਇਆ ਪਰ ਤੂੰ ਉੱਥੇ ਨਹੀਂ ਲੰਘੇਗਾ ठीक है जी 5वीं आयत कहती है जी बस खुदावंद के बंदे मूसा ने खुदावंद के कहे के मुआफिक वहीं मुआब के मुल्क में वफात पाई मर गया जी मूसा लेकिन उसने उसे मुआब की एक वादी में बैत फगूर के मुकाबले दफन किया पर आज तक किसी आदमी को उसकी कब्र मालूम नहीं है जी उम्र कितनी है मूसा जी 7वीं आयत की कह रही है और मूसा अपनी वफात के वक्त 120 वर्ष का था ना तो उसकी आंख धुंधलाने पाई सानू और मिडल एज चश्मे लगे हैं वेल हैं और ना तो उसकी आंख धुंधलाने पाई और ना उसकी तबई फिजिकल कुवत जिहड़ी है ना वो कट हुई इंटरेस्टिंगली खुदा दे देखो जी खुदा दी ब्लेसिंग देखो सो मेरे जीजो ਅਸੀਂ ਵੇਖਨੇ ਆ ਕਿ ਜ਼ਬੂਰ ਨੰਬਰ 90 ਦਾ this is a historical context ਠੀਕ ਹੈ ਕਿ ਜ਼ਬੂਰ ਨੰਬਰ 90 ਮਰਦੇ ਖੁਦਾ ਮੂਸਾ ਦੀ ਦੁਆ ਜਿਹੜੀ ਹੈ ਗਿਣਤੀ ਦੀ ਕਿਤਾਬ ਦਾ ਪੈਰਲਲ ਹੈ ਬਲੋ ਆ ਹੋਇਆ ਮੂਸਾ ਦੇ ਨਾਲ ਇੰਨੇ ਲੋਕੀ ਮਾਰੇ ਗਏ ਨੇ ਵਬਾ ਆਈ ਹੈ ਇਸਰਾਈਲੀ ਮਰੇ ਨੇ ਮੂਸਾ ਦਾ ਪਰਸਨਲ ਲਾਸ ਹੋਇਆ ਵੇ ਔਰ ਈਵਨ ਇਸਤਸਨਾ ਦੀ ਕਿਤਾਬ ਦੱਸਦੀ ਹੈ ਕਿ ਮੂਸਾ ਆਪ ਵੀ ਉਹਦੀ ਡੈਥ ਹੋ ਗਈ ਹੈ ਠੀਕ ਹੈ ਸੋ ਮੇਰੇ जीजो आओ ਅਸੀਂ ਜ਼ਬੂਰ ਦੇ ਟੈਕਸਟ ਦੇ ਵਿੱਚ ਚੱਲਨੇ ਆ और मैं गुजारिश करूंगा अपने पैनलिस्ट को अपना रिफ्लेक्शन अगर देना चाहन तो देन और अगर नहीं तो मैं 2 या 3 चीज़ें ਤੁਹਾਡੇ ਸਾਹਮਣੇ ਸਿਰਫ ਜ਼ਿਕਰ ਕਰਾਂਗਾ 90 ਦੇ ਵਿੱਚੋਂ ਨੰਬਰ 1 ਪਹਿਲੀ ਆਇਤ ਜਿਹੜੀ ਹੈ ਤੁਹਾਂ ਵੇਖ ਲਿਆ ਵੇ ਕਿ 1000 ਬਰਸ ਖੁਦਾ ਨੇ ਟਾਈਮ ਫਰੇਮ ਖੁਦਾ ਦਾ ਟਾਈਮ ਫਰੇਮ ਸਾਡੇ ਟਾਈਮ ਫਰੇਮ ਨਾਲੋਂ ਕੀ ਹੈ ਟੋਟਲੀ ਫਰਕ ਹੈ ਖੁਦਾ ਦੀ ਨਜ਼ਰ 'ਚ 1000 ਬਰਸ ਐਨਜੀ ਜਿਵੇਂ ਕੱਲ ਦਾ ਦਿਨ ਪਤਰਸ ਨੇ ਇਹ ਗੱਲ ਆਪਣੇ ਖਾਤੇ 'ਚ ਲਿਖੀ ਹੈ ਠੀਕ ਹੈ ਸੋ ਪਤਰਸ ਨੇ ਇਸ ਜ਼ਬੂਰ ਨੂੰ ਕੋਟ ਕੀਤਾ ਵੇ ਦੂਸਰੀ ਜਿਹੜੀ ਗੱਲ ਹੈ ਨਾ 70 ਵਰੇ ਤੇ ਜਾਂ ਕੁਵਤ ਤੋਂ 80 ਵਰੇ ਅਸੀਂ ਵੇਖਦੇ ਜੀ ਮੂਸਾ ਦੀ ਉਮਰ ਤੇ 120 ਸਾਲ ਹੋਈ ਸੋ ਹਾਊ ਡਿਡ ਕੇਮ ਮੂਸਾ ਸਿਰਫ 80 ਵਰੇ ਤੇ ਕੰਮ ਕਰਨ ਲੱਗਾ ਠੀਕ ਹੈ ਨਾ ਇੱਥੇ ਜਿਹੜੇ ਮੁਖਤਲਿਫ ਸਕਾਲਰ ਹੈ ਨਾ ਉਹ ਕਹਿੰਦੇ ਨੇ ਜੀ ਕਿ ਦਰਅਸਲ ਚੂੰਕਿ ਜ਼ਬੂਰ ਜਿਹੜਾ ਵੇ
ਜਦੋਂ ਜ਼ਬੂਰਾਂ ਦੀ ਕਿਤਾਬ ਤੁਹਾਨੂੰ ਪਤਾ ਕੰਪਾਈਲ ਹੋਈ ਹੈ ਜਦੋਂ ਬਣੀ ਇਸਰਾਇਲੀ ਕੌਮ 70 ਸਾਲ ਦੀ ਬਾਬਲੀ ਅਸੀਰੀ ਤੋਂ ਕੀ ਆਏ ਨੇ, ਵਾਪਸ ਆਏ ਨੇ, ਠੀਕ ਹੈ। ਸੋ ਐਕਚੁਅਲੀ ਇੱਥੇ ਮੂਸਾ ਜਿਹੜਾ 70 ਵਰੇ ਤੱਕ ਕਹਿਣ ਡਿਆ ਵਾ ਨਾ ਜਾਂ 80 ਵਰੇ ਤੱਕ, ਉਹ ਐਕਚੁਅਲੀ ਕੁਝ ਸਕਾਲਰ ਕਹਿ ਰਹੇ ਨੇ ਕਿ ਐਕਚੁਅਲੀ ਇਹ ਬਣੀ ਇਸਰਾਇਲ ਦੀ ਜਿਹੜੀ 70 ਸਾਲ ਦੀ ਬਾਬਲੀ ਅਸੀਰੀ ਹੈ ਨਾ, ਬਿਕੋਜ਼ ਦੇ ਵਰ ਡਾਈਡ ਐਕਚੁਅਲੀ, ਨੋ ਨੇਸ਼ਨ, ਨੋ ਲੈਂਡ, ਨੋ ਲਾਅ, ਕੁਝ ਵੀ ਨਹੀਂ ਹੈ, ਹੈਕਲ ਵੀ ਕੋਈ ਨਹੀਂ, ਕੁਝ ਵੀ ਖਤਮ ਹੋ ਗਿਆ, ਉਹਨਾਂ ਦੀ ਆਇਡੈਂਟੀਟੀ ਖਤਮ ਹੋ ਗਈ, ਠੀਕ ਹੈ। ਸੋ ਇਟਸ ਕਾਈਂਡ ਆਫ ਉਸ ਪਾਸੇ ਇਸ਼ਾਰਾ ਵੇ। ਲੇਕਿਨ ਅੱਜ ਅਸੀਂ ਅਗਰ ਪੜ੍ਹੀਏ ਤਾਂ ਇਹਦੇ ਦੁਆਰਾ ਸਾਨੂੰ ਸਮਝ ਆਉਂਦੀ ਹੈ 80 90 ਤੇ ਇੱਕ ਨਾਰਮਲ ਉਮਰ ਹੈ, ਬਹੁਤ ਘੱਟ ਹੈ ਬੰਦਾ ਕੋਈ 100 ਕ੍ਰਾਸ ਕਰੇ, ਠੀਕ ਹੈ। ਅੱਛਾ, ਤੀਸਰੀ ਔਰ ਆਖਰੀ ਚੀਜ਼ ਜਿਹੜੀ ਹੈ ਨਾ ਇਹਦੇ ਵਿੱਚੋਂ, ਉਹ ਆਂਦੇ ਹਮਕੋ ਆਪਣੇ ਦਿਨ ਗਿਣਨਾ ਸਿਖਾ ਐਸਾ ਕਿ ਹਮ ਦਨਾ ਦਿਲ ਹਾਸਿਲ ਕਰੇ, ਵਿਜ਼ਡਮ ਅਸੀਂ ਹਾਸਿਲ ਕਰੀਏ ਜਦੋਂ ਅਸੀਂ ਆਪਣੇ ਦਿਨਾਂ ਨੂੰ ਗਿਣਨਾ ਸਿੱਖਨੇ ਆ। ਸੋ ਅਸੀਂ ਵੇਖਦੇ ਹਾਂ ਜੀ ਗਿਣਤੀ ਦੀ ਕਿਤਾਬ ਇੱਥੇ ਫਿਕਸ ਬਹਿੰਦੀ ਹੈ ਪਈ, ਚੌਥੀ ਕਿਤਾਬ ਜ਼ਬੂਰਾਂ ਦੀ ਗਿਣਤੀ ਦੀ ਕਿਤਾਬ ਦੇ ਨਾਲ ਅਟੈਚ ਪੈਰਲਲ ਕਰਦਾ ਆ। ਉਹ ਕਹਿੰਦਾ ਜੀ ਉੱਥੇ ਲੋਕੀ ਗਿਣੇ ਕਿੰਨੇ ਮਰ ਗਏ, ਕਿੰਨੇ ਜਿਉਂਦੇ ਰਹਿ ਗਏ, ਕਿੱਧਰ ਟੁਰ ਗਏ, ਇੱਥੇ ਵੀ ਉਹ ਕਹਿੰਦਾ ਜੀ ਕਿ ਸਾਨੂੰ ਗਿਣਤੀ ਜਿਹੜੀ ਹੈ ਕਰਨਾ ਸਿਖਾ, ਠੀਕ ਹੈ, ਸਾਨੂੰ ਗਿਣਨਾ ਸਿਖਾ। ਅੱਛਾ, ਉਹਦੇ ਬਾਅਦ ਜਿਹੜੀ ਹੈ ਨਾ ਇਹਦੇ ਵਿੱਚ ਜਿਹੜੀ ਇੱਕ ਆਖਰੀ ਆ ਜਿਹੜੀ ਮੈਂ ਦੱਸਣਾ ਚਾਹਨਾ ਵਾ ਉਹ ਵੇ, ਹਾਂਜੀ 17ਵੀਂ ਆਇਤ कहते जी हमारे हाथों के काम को हमारे लिए कयाम बख्श, हाँ हमारे हाथों के काम को की कर कयाम बख्श। पंजाबी च की है अंकल जी, पंजाबी च की है आखिरी आयत 17वीं आयत? प्रभु साडे परमेश्वर दी प्रसन्नता उत्ते साडे उत्ते होवे, साडे हत्थां दे काम साडे ਲਈ कायम कर, हाँ साडे हत्थां दे काम कायम कर। ओके जी, ਤੁਹਾਡੇ ਕੋਲ ਕੀ ਹਿੰਦੀ ਚ ਕੀ ਹੈ? तो हमारे हाथों के काम को हमारे लिए दृढ़ कर, हमारे हाथों के कामों को दृढ़ कर। ओके जी, मतलब ਉਹਨਾਂ ਨੂੰ ਕਾਇਮ ਕਰ ਦੇਣਾ, ਮਤਲਬ ਉਹ ਕਾਇਮ ਰਹਿਣ, ਯਾਦ ਰਹਿਣ, ਹਾਂਜੀ ਪੱਕਿਆਂ ਕਰ, ਯਾਦ ਰੱਖਣ। ਅੱਛਾ, ਇੱਥੇ ਮੂਸਾ ਦੇ ਹੱਥ ਦਾ ਕੰਮ ਕੀ ਸੀ? ਮੋਜ਼ਸ ਗੇਵ ਅ ਲਾਅ, ਮੂਸਾ ਨੇ ਕੀ ਦਿੱਤਾ ਬਨੀ ਇਸਰਾਇਲ ਨੂੰ? ਖੁਦਾ ਦੀ ਸ਼ਰੀਅਤ, ਖੁਦਾ ਦੀ ਲਾਈਟ, ਖੁਦਾ ਦਾ ਨੂਰ। ਉਹਨੇ ਕੀ ਕੀਤਾ ਵੇ? ਉਹਨਾਂ ਨੂੰ ਦਿੱਤੀ, ਨਾ ਸਿਰਫ ਨੂਰ ਦਿੱਤਾ ਬਲਕਿ ਜਿਹੜਾ ਅਸਮਾਨੀ ਟੈਬਰਨੈਕਲ ਸੀ ਉਹਦਾ ਪੂਰਾ ਡਿਜ਼ਾਈਨ ਖੁਦਾ ਨੂੰ ਵਹਾਇਆ, ਔਰ ਉਹ ਡਿਜ਼ਾਈਨ ਥੱਲੇ ਜ਼ਮੀਨ ਤੇ ਕੀ ਹੋਇਆ? ਉਂਝ ਹੀ ਕਾਪੀ ਪੇਸਟ ਹੋਇਆ, ਠੀਕ ਹੈ। ਉਸੇ ਟੈਬਰਨੈਕਲ ਦਾ ਜਿਹੜਾ ਖੈਮਾ ਸੀ ਉਹਦਾ ਡਿਜ਼ਾਈਨ ਟ੍ਰਾਂਸਫਰ ਹੋਇਆ ਕਿਹਦੇ ਵਿੱਚ? ਟੈਂਪਲ ਦੇ ਵਿੱਚ। ਸੁਲੇਮਾਨ ਨੇ ਜਿਹੜੀ ਹੈਕਲ ਬਣਾਈ, ਠੀਕ ਹੈ, ਉਹ ਸੇਮ ਕਾਪੀ ਪੇਸਟ ਹੋਇਆ। ਉਹਦਾ ਹੀ ਕਾਪੀ ਪੇਸਟ ਜਿਹੜਾ ਵੀ 70 ਸਾਲ ਦੀ ਬਾਬਲੀ ਅਸੀਰੀ ਦੇ ਵਿੱਚ ਸਿਨਾਗੋਗ ਇਬਾਦਤਖਾਨੇ ਬਣੇ, ਉੱਥੇ ਕਾਪੀ ਪੇਸਟ ਹੋਇਆ, ਠੀਕ ਹੈ। ਖੁਦਾਵੰਦ ਯਿਸੂ ਮਸੀਹ ਦੇ ਆਉਣ ਦੇ ਨਾਲ ਅਸੀਂ ਯਹੋਨਾ ਅੰਜੀਲ ਪਹਿਲਾ ਬਾਬ ਉਹਦੀ 14ਵੀਂ ਆਇਤ ਪੜ੍ਹਨੇ ਆ, ਉੱਥੇ ਕੀ ਲਿਖਿਆ ਵੇ? और हमने उसका ऐसा जलाल देखा जैसा बाप के इकलौते का जलाल, और कलाम मुजस्सम होकर हमारे क्या रहा? दरमियान रहा। खुदा दा खैमा लोकां दे विचकार आके लग गया। तो यीशु मसीह खुदा दा खैमा, और हुण वो सेम पैटर्न, सेम हैकल जिहड़ी की है खुदा दे लोग, खुदा दी कलीसिया चर्च। पता कहदा ना कि तुम जिंदा पत्थर बन के रूहानी घर की हुंदे हो, बनते चले जाते हो। सो असीं वेखने आ जी कि यह काम जिहड़ा वी की है, पौलुस रसूल एक इनकरेजमेंट देंदा वे जी। सो मैं गुजारिश करांगा सिस्टर सुंबल नूं कि पहला करंथियों और उहदा 15वें बाब दी 58 आयत पढ़ देन बस साडे लई। 1 Corinthians chapter 15 verse 58 ਕਿਹੜਾ ਕੰਮ ਹੈ ਜਿਹੜਾ ਕਲੀਸਿया ਦੇ ਹੱਥ ਦਿੱਤਾ ਗਿਆ ਵੇ, ਔਰ ਸਾਡੇ ਵਾਸਤੇ ਇਨਕरेजमेंट ਕੀ ਹੈ? मूसा दुआ करन दिया वे, हमारे हाथों के कामों को हमारे लिए क्या बख्श दे? क़याम बख्श दे, मजबूत कर दे खुदा साडे कामां नूं, ठीक है। पौलुस रसूल लिखदा वे किहड़े काम ने? हां जी, बस आए मेरे अजीज भाइयों, साबित कदम और कायम रहो। ओके जी, की और रहो? साबित कदम ते की रहो? कायम रहो। क्यों? हां जी, और खुदावंद के काम में हमेशा अफजाइश करते रहो। हियर यू गो। तो साडे काम किहड़े कायम रहणगे? ਜਿਹੜੇ ਅਸੀਂ ਖੁਦਾ ਦੇ ਕੰਮ ਵਿੱਚ ਕੀ ਕਰਾਂਗੇ? ਕੰਟਰੀਬਿਊਟ ਕਰਾਂਗੇ, ਜਿਹੜੇ ਅਸੀਂ ਪਾਰਟਿਸਿਪੇਟ ਕਰਾਂਗੇ ਖੁਦਾ ਦੇ ਕੰਮਾਂ 'ਚ। ਬਾਕੀ ਜੋ ਮਰਜ਼ੀ ਕੰਮ ਕਰਦੇ ਰਹੋ, ਠੀਕ ਹੈ ਨਾ, ਮਤਲਬ ਦੈਟ ਇਜ਼ ਸੈਕੰਡਰੀ ਕੰਸਰਨ। ਕਿਹੜੇ ਕੰਮ ਕਾਇਮ ਰਹਿਣਗੇ? ਜਿਹੜੇ ਕੰਮ ਅਸੀਂ ਖੁਦਾ ਦੀ ਖਿਦਮਤ ਦੇ ਵਿੱਚ ਹੋ ਕੇ ਖੁਦਾ ਦੇ ਜਲਾਲ ਲਈ ਔਰ ਖੁਦਾ ਦੀ ਬਾਦਸ਼ਾਹੀ ਲਈ ਕਰਾਂਗੇ, ਉਹਨਾਂ ਨੂੰ ਖੁਦਾ ਕੀ ਕਰੇਗਾ? ਉਹਨਾਂ ਨੂੰ ਖੁਦਾ ਕਾਇਮ ਰੱਖੇਗਾ। ਉਹਦੀ ਰੀਜ਼ਨ ਕੀ ਹੈ? ਅਗਲੀ ਆਇਤ ਦਾ ਕੀ ਕਹਿ ਰਿਹਾ ਜੀ? क्योंकि ये जानते हो कि तुम्हारी मेहनत खुदावंद में बेफायदा नहीं है। Here you go, ਕਿ ਤੁਹਾਡੀ ਮਿਹਨਤ ਖੁਦਾ ਦੇ ਵਿੱਚ ਬੇਫਾਇਦਾ ਆ। ਅਸੀਂ 3 ਘੰਟੇ ਇੱਥੇ ਬਹਿ ਕੇ ਦੁਨੀਆ ਦੇ ਵਿੱਚ ਬਹਿ ਕੇ ਕਦੀ ਜ਼ੂਮ ਤੇ ਕਦੀ ਆਪਣਾ ਕਦੀ ਇਨ ਪਰਸਨ ਤੇ ਕਦੀ ਜਨਾਬ ਮੀਟਿੰਗਾਂ ਤੇ ਕਦੀ ਕੁਆਇਰ ਤੇ ਕਦੀ ਉਹ ਭਾਈ ਚੌਹਾਨ ਸਾਹਿਬ ਸਵੇਰੇ 3 ਵਜੇ ਉੱਠ ਕੇ ਇੰਗਲੈਂਡ ਵਿੱਚ ਬੈਠੇ ਨੇ, ਠੀਕ ਹੈ। ਅਸੀਂ ਇੱਥੇ 8 ਵਜੇ ਰਾਤ ਨੂੰ ਭੁੱਖੇ ਪਾਣੇ ਬੈਠੇ ਆਣੇ, ਹਾਂ ਡਿਨਰ ਵੀ ਕਰਨਾ ਹੈ। ਅੰਕਲ ਜੋਸ਼ੂਆ ਵਿਚਾਰੇ ਉਧਰ ਬੈਠੇ ਨੇ, ਸਿਸਟਰ ਸੰਭਲ ਆਪਣੇ ਘਰ। ਮਤਲਬ ਅੰਦਾਜ਼ਾ ਲਾਓ ਕੀ ਵਕਤ ਪਿਆ ਸਾਨੂੰ, ਮਤਲਬ ਵਾਟਸ ਦ ਪੇਨ, ਠੀਕ ਹੈ ਨਾ, मतलब वाई बाकी दुनिया को सानू असी क्यों नहीं ना फिक्र ना फाका ऐश कर काका है, बाकी क्यों नहीं भाई है, ठीक है ना।
ਸੋ ਉਹ ਕੀ ਕਹਿੰਦੇ ਨੇ, ਇੱਕ ਪੰਜਾਬੀ ਦਾ ਇੱਕ ਹੋਰ ਮੁਹਾਵਰਾ ਕਿ ਜੇ ਅਕਲ ਹੋਏ ਤੇ ਸੋਚਾਂ ਹੀ ਸੋਚਾਂ, ਜੇ ਨਾ ਹੋਏ ਤੇ ਮੌਜਾਂ ਹੀ ਮੌਜਾਂ। ਠੀਕ ਹੈ ਨਾ। ਸੋ ਕਈ ਲੋਕ ਨੇ ਉਹ ਸਿਰਫ ਪੈਦਾ ਹੀ ਮੌਜਾਂ ਮਾਰਨ ਲਈ ਹੁੰਦੇ ਨੇ, ਤੇ ਕਈ ਐਸੇ ਨੇ ਜਿਨ੍ਹਾਂ ਨੂੰ ਸੋਚਾਂ ਕੀ ਕਰਦੀਆਂ ਨੇ, ਉਹ ਲੈ ਦੇ ਜਾਂਦੀਆਂ ਮਾਰ ਦਿੰਦੀ ਹੈ। ਠੀਕ ਹੈ ਨਾ। ਸੋ ਖੁਦਾ ਦਾ ਬੰਦਾ ਸਾਨੂੰ ਦੱਸਦਾ ਜੀ, ਜ਼ਬੂਰ ਨਵੀ मूसा कहता है, इख्तिताम करता है ज़बूर का, कि खुदावंद हमारे हाथों के कामों को की बख्शे, क़याम बख्शे, लेकिन किहड़े काम? यीशु मसीह कहता है मेरा बाप काम करता है, मैं भी क्या करता हूँ, मैं भी काम करता हूँ। ठीक है, मैं अपने बाप को काम करते हुए देखता हूँ, तो मैं ਉਹਦੇ ਕੰਮ ਕੀ ਕਰਨ ਡਿਆ ਵਾਂ, ਥੱਲੇ ਜ਼ਮੀਨ ਤੇ ਕਰਨ ਡਿਆ ਵਾਂ। ਉਹ ਸੇਮ ਕੰਮ ਮੈਨੂੰ ਤੁਹਾਨੂੰ ਕੀ ਕੀਤੇ ਗਏ ਨੇ, ਟ੍ਰਾਂਸਫਰ ਕੀਤੇ ਗਏ ਨੇ। ਪੌਲੁਸ ਰਸੂਲ ਕਹਿਣ ਡਿਆ ਵੇ ਤੁਹਾਡੀ ਖਿਦਮਤ ਆ, ਜਿੰਨੇ ਲੋਕ ਖੁਦਾ ਦੇ ਲੋਕ ਬੈਠੇ ਸੁਣਨ ਡਏ ਨੇ ਬਾਹਰ ਵੀ ਔਰ ਇਨ ਪਰਸਨ ਔਰ ਵਰਚੁਅਲ ਵੀ, ਬਾਜ਼ ਔਕਾਤ ਅਸੀਂ ਬੜੇ ਡਿਸਕਰੇਜ ਹੋ ਜਾਂਦੇ ਆ ਜਦੋਂ ਲੋਕਾਂ ਦੀਆਂ ਗੱਲਾਂ ਸੁਣਨੇ ਆ, ਲੋਕਾਂ ਨੂੰ ਡਿਸਕਰੇਜਮੈਂਟ ਸੁਣਨੇ ਆ, ਔਰ ਐਵੇਂ ਲੋਕਾਂ ਨੇ ਤੋਮਤਾਂ ਸੁਣਨੇ ਆ, ਔਰ ਐਵੇਂ ਮਤਲਬ ਜਿਹਨੂੰ ਘਰ ਕੋ ਨਹੀਂ ਪੁੱਛਦਾ ਬਹਿ ਕੇ ਐਵੇਂ ਗੱਲਾਂ ਬਾਤਾਂ ਮਾਰੀ ਹੁੰਦਾ। ਠੀਕ ਹੈ, ਤੇ ਮਤਲਬ ਅਸੀਂ ਐਵੇਂ ਡਿਸਕਰੇਜ ਹੋ ਜਾਂਦੇ ਆ। ਲੇਕਿਨ ਖੁਦਾ ਦਾ ਕਲਾਮ ਸਾਨੂੰ ਕੀ ਦੱਸਦਾ ਵੇ, ਤੁਹਾਡੀ ਮਿਹਨਤ ਖੁਦਾਵੰਦ ਦੇ ਵਿੱਚ ਬੇਫਾਇਦਾ ਨਹੀਂ ਹੈ, ਕਿਉਂਕਿ ਖੁਦਾ ਦੇ ਕੋਲ ਸਾਰਾ ਰਿਕਾਰਡ ਹੈ ਐਂਡ ਹੀ ਇਜ਼ ਲੁਕਿੰਗ ਐਟ, ਔਰ ਉਹਦਾ ਰਿਵਾਰਡ ਖੁਦਾ ਦੇਗਾ। ਖੁਦਾਵੰਦ ਸਾਨੂੰ ਸਾਰਿਆਂ ਨੂੰ ਅੱਜ ਦੇ ਇਸ ਥਾਟ ਦੇ ਵਸੀਲੇ ਬਰਕਤ ਦੇ। Thank you, Pastor ਨਹੀਂ John. ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਨਾਲ ਸ਼ੇਅਰ ਕਰਨ। ਮੈਂ ਇਹਦਾ ਥੀਮ ਜਿਹੜਾ ਨਾ ਲਿਆ, God's internal nature is contrasted with man's frailty. Our time on earth is limited and we are use it wisely, not living for the moment but with our eternal home in mind. ਇਹਦੀ 90 ਦੀ ਚੌਥੀ ਆਇਤ ਜਿਹੜੀ ਆ ਉਹ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਮੰਗਦਾ। Moses remind us that 1,000 years are like a day to the Lord. God is not limited by time. It is easy to get discouraged when years pass and the word doesn't get better. We sometimes wonder if God is able to see the future, but don't assume that God has our limitations. God is completely unrestricted by time. That's it. ਮੈਂ ਹੁਣ ਇਨਵਾਈਟ ਕਰਾਂਗੀ ਆਂਟੀ ਸਿੰਬਲ ਨੂੰ ਕਿ ਉਹ ਵੀ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਜੀ ਸਾਮ 90 ਚ ਮੈਂ ਸਿੱਖਿਆ ਹੈ ਕਿ ਸਭ ਤੋਂ ਪਹਿਲੇ ਤੇ ਪਹਿਲੀਆਂ ਆਇਤਾਂ ਚ ਦੱਸਿਆ ਗਿਆ ਹੈ ਖੁਦਾ ਦੀ ਇਟਰਨਲ ਜਿਹੜੀ ਉਹਦੀ ਨੇਚਰ ਹੈ, ਲਾਫਾਨੀ। ਖੁਦਾਵੰਦ ਸਾਡਾ ਜਿਹੜਾ ਲਾਫਾਨੀ ਹੈ। ਉਸ ਤੋਂ ਬਾਅਦ ਫਿਰ ਇਨਸਾਨ ਦੀ ਦੱਸਿਆ ਗਿਆ ਹੈ ਕਿ ਇਨਸਾਨ ਫਾਨੀ ਹੈ, ਕਿ ਉਹਦਾ ਕੋਈ ਪਤਾ ਨਹੀਂ ਕਿ ਰਾਤ ਨੂੰ ਇੱਕ ਘਾਹ ਵਗਰਾ ਉਗਦਾ ਹੈ ਤੇ ਸੁਬਾਹ ਗਾਇਬ ਹੁੰਦਾ ਹੈ। ਔਰ ਤੀਸਰਾ ਇਹ ਵੀ ਕਿ ਇਹਦੇ ਚ ਮੈਂ ਸਿੱਖਿਆ ਹੈ ਕਿ ਅਸੀਂ ਕਿਸ ਤਰ੍ਹਾਂ ਸਿੱਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਾਨੂੰ live well and live wisely। ਉਹ ਤੁਸੀਂ ਅਗਰ ਵੇਖਦੇ ਹੋ verse 12, हमको अपने दिन गिनना सिखा ऐसा कि हम दाना दिल हासिल करें। ਤੇ ਇਹ ਅਗਰ ਵਰਸ ਅਗਰ ਅਸੀਂ ਸਾਰੇ ਆਪਣੀਆਂ ਜ਼ਿੰਦਗੀਆਂ 'ਚ ਇਸ ਵਰਸ ਨੂੰ ਆਪਣੇ ਸਾਹਮਣੇ ਰੱਖੀਏ ਤੇ ਔਰ ਇਸ ਚੀਜ਼ ਨੂੰ ਅਸੀਂ ਆਪਣੇ ਸਾਹਮਣੇ ਰੱਖੀਏ ਕਿ ਸਾਡਾ ਕੁਝ ਪਤਾ ਨਹੀਂ, ਅਸੀਂ ਅੱਜ ਹੈ ਵਾਂ ਤੇ ਕੱਲ ਨਹੀਂ ਆ, ਤੇ ਆਪਣੇ ਦਿਨ ਗਿਣਨਾ ਸਿੱਖੀਏ ਔਰ ਅਕਲਮੰਦੀ ਨਾਲ ਜ਼ਿੰਦਗੀ ਗੁਜ਼ਾਰੀਏ, ਖੁਦਾਵੰਦ ਦੇ ਕੰਮਾਂ 'ਚ ਖੁਦਾਵੰਦ ਦੇ ਜਲਾਲ ਦੇ ਲਈ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ। ਇਹ ਮੇਰਾ ਰਿਫਲੈਕਸ਼ਨ। ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਕਾਸ਼ਿਫ ਕਿ ਉਹ ਵੀ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਨਾਲ ਸ਼ੇਅਰ ਕਰ ਸਕਦੇ ਹਨ, ਨਹੀਂ ਤਾਂ ਇਸ ਦਾ ਤੀਸਰਾ ਹੀ ਹਿੱਸਾ ਸਾਡੇ ਗਾ ਕੇ ਸੁਣਾਉਣ। ਜ਼ਬੂਰ 90 ਇਹਦੇ ਅੰਦਰ ਮੋਜ਼ਸ ਨੇ ਜਦੋਂ ਇਹਨੂੰ ਲਿਖਿਆ, ਹਾਲਾਂਕਿ ਉਹਨੂੰ ਖੁਦਾ ਦੇ ਕੰਮਾਂ ਦੀ ਔਰ ਉਹਨੇ ਆਪਣੀ ਉਮਰ ਦੇ ਅੰਦਰ ਉਹਦੇ ਵੱਡੇ ਵੱਡੇ ਕੰਮ ਵੇਖੇ, ਪੂਰੀ ਬਨੀ ਇਸਰਾਈਲ ਨੇ ਉਹਦੇ ਵੱਡੇ ਵੱਡੇ ਕੰਮ ਵੇਖੇ। ਇਹ ਜਦੋਂ ਜ਼ਬੂਰ ਲਿਖਿਆ ਗਿਆ, ਮੈਨੂੰ ਜਿਹੜੀ ਫੀਲਿੰਗ ਮਿਲਦੀ ਆ ਉਹ ਹੈ ਕਿ that was the time when he was feeling a bit down and he reflects on everything that has happened and realizes that ਇਹ
ਜੋ ਵੀ ਬੰਦਾ ਮਿਹਨਤ ਕਰਦਾ ਹੈ ਉਹ ਜਿਹੜਾ ਕੁਛ ਵੇਖਦਾ ਜ਼ਿੰਦਗੀ 'ਚ ਹਾਸਿਲ ਕਰਦਾ ਉਹਦਾ ਕੋਈ ਮਾਨੀ ਨਹੀਂ। ਅਸਲ 'ਚ ਉਹੀ ਹੈ ਜੋ ਖੁਦਾ ਅਤਾ ਕਰਦਾ ਹੈ, ਉਹੀ ਰਹਿ ਜਾਂਦਾ ਹੈ। ਔਰ ਇਹ ਵੀ ਕਿ ਸਾਨੂੰ ਜਿਹੜਾ ਵਕਤ ਦਿੱਤਾ ਗਿਆ ਦੁਨੀਆ 'ਚ ਉਹ ਬਹੁਤ ਕੇਅਰਫੁਲੀ ਇਸਤੇਮਾਲ ਕਰਨਾ ਚਾਹੀਦਾ। ਉਹ ਲਿਮਿਟਿਡ ਹੈ। ਉਹ ਦਿਨ ਜਿਹੜੇ ਨੇ ਉਹ ਸੋਚ ਕੇ ਗੁਜ਼ਾਰਨੇ ਤਾਂ ਕਿ ਪਤਾ ਹੋਵੇ ਕਿ ਅੱਜ ਤੇ ਕੱਲ, ਜਿਹਨੂੰ ਕਹਿੰਦੇ 4 ਦਿਨ ਦੀ ਜ਼ਿੰਦਗੀ ਹੈ, ਸਾਰੀ ਦੁਨੀਆ ਨੂੰ ਪਤਾ 4 ਦਿਨ ਦੀ ਹੈ, ਪਰ 4 ਦਿਨ ਜਿਹੜੇ ਨੇ ਉਹ ਗੁਜ਼ਰਨੇ ਕਿਸ ਤਰ੍ਹਾਂ ਨੇ ਉਹਦੇ ਬਾਰੇ 'ਚ ਗੱਲ ਹੁੰਦੀ ਹੈ ਕਿ ਖੁਦਾ ਦੀ ਨਜ਼ਰ ਦੇ ਅੰਦਰ ਅਸੀਂ ਰਹੀਏ, ਉਹ ਸਾਡੇ ਤੋਂ ਮੂੰਹ ਨਾ ਫੇਰ ਲਏ। ਔਰ ਇਹੋ ਹੀ ਉਹ ਚੀਜ਼ ਹੈ ਜਿਹਦੇ ਵਾਸਤੇ ਉਹਨੇ ਸਾਰੀ ਕੋਸ਼ਿਸ਼ ਕੀਤੀ ਬਨੀ ਇਸਰਾਈਲ ਵਾਸਤੇ ਵੀ ਐਜ਼ ਅ ਲੀਡਰ, ਤਾਂ ਕਿ ਉਹਦੀ ਨਜ਼ਰ 'ਚ ਰਹਿਣ। ਉਹਦੇ ਬਾਵਜੂਦ ਉਹ ਫੇਲ ਹੁੰਦਾ ਰਿਹਾ ਉਹਨਾਂ ਦੀ ਹਰਕਤਾਂ ਦੀ ਵਜ੍ਹਾ ਤੋਂ। ਔਰ ਇਹ ਮੈਨੂੰ ਜ਼ਬੂਰ ਉਹਦੀ ਰਿਫਲੈਕਸ਼ਨ ਲੱਗਦਾ, ਜਿੱਥੇ ਕਿ ਉਹ ਰਿਫਲੈਕਟ ਕਰਦਾ ਹੈ ਔਰ ਇਲਤਜਾ ਕਰਦਾ ਕਿ ਇਫ ਇਟ ਇਜ਼ ਪੋਸੀਬਲ, ਅਗਰ ਹੋ ਸਕੇ ਤੇ ਸਾਨੂੰ ਇੱਕ ਅੱਛਾ ਫਿਊਚਰ ਦਿਖਾਈ। ਤੇ ਉਹਦੇ ਨਾਲ ਹੁਣ ਮੈਂ ਆਖਰੀ ਜਿਹੜਾ ਉਹਦਾ ਹਿੱਸਾ ਹੈ, ਦਿਨ ਸਾਡੀ ਉਮਰ ਦੇ ਸਭ ਤੋਂ ਗਿਣਨਾ ਹੁਣ ਸਿਖਲਾਈ, ਉਹਦੇ ਕੁਛ ਮਿਸਰੇ ਗਾ ਕੇ ਸੁਣਾਵਾਂਗਾ। ਦੀ ਧੁਨ ਸੈਕੰਡ ਟਿਊਨ ਉਹਦੇ ਜਿਹੜੀ ਲਿਖੀ ਹੈ ਉਹ ਮੈਂ ਇਸਤੇਮਾਲ ਕੀਤੀ ਹੈ, ਜਿਹੜੀ ਕਿ talimresources.com ਤੇ ਅਵੇਲੇਬਲ ਹੈ। ਦਿਨ ਸਾਡੀ ਉਮਰ ਦੇ ਸਭ ਤੋਂ ਗਿਣਨਾ ਹੁਣ ਸਿਖਲਾਈ, ਦਿਲ ਦਾ ਨਾਈ ਵਾਲਾ ਤੂੰ ਬਖਸ਼ੀ ਸਾਨੂੰ ਸਾਈਂ। ਦਿਨ ਸਾਡੀ ਉਮਰ ਦੇ ਸਭ ਤੋਂ ਗਿਣਨਾ ਹੁਣ ਸਿਖਲਾਈ, ਤੇ ਦਿਲ ਦਾ ਨਾਈ ਵਾਲਾ ਤੂੰ ਬਖਸ਼ੀ ਸਾਨੂੰ ਸਾਈਂ। ਕੱਟ ਜਾਵੇ ਵਿੱਚ ਖੁਸ਼ੀ ਦੇ ਤਾਂ ਬਾਕੀ ਉਮਰ ਸਾਡੀ, ਨਾਲ ਆਪਣੀ ਰਹਿਮਤਾਂ ਦੇ ਸਵੇਰੇ ਤੂੰ ਰਜਾਈ। ਤੂੰ ਜਿਤਨੇ ਦਿਨ ਹੈ ਰੱਖਿਆ ਦੁੱਖਾਂ ਵਿੱਚ ਸਾਨੂੰ, ਸੋਤਨੇ ਸਾਲ ਯਾ ਰੱਬ ਹੁਣ ਖੁਸ਼ੀ ਤੂੰ ਵਖਾਈ। ਜੋ ਕੰਮ ਸਾਡੇ ਹੱਥ ਦਾ ਯਾ ਰੱਬ ਤੂੰ ਕਾਇਮ ਕਰੀ, ਹਾਂ ਕੰਮ ਸਾਡੇ ਹੱਥ ਦਾ ਤੂੰ ਕਾਇਮ ਕਰ ਵਖਾਈ। ਦਿਨ ਸਾਡੀ ਉਮਰ ਦੇ ਸਭ ਤੋਂ ਗਿਣਨਾ ਹੁਣ ਸਿਖਲਾਈ, ਤੇ ਦਿਲ ਦਾ ਨਾਈ ਵਾਲਾ ਤੂੰ ਬਖਸ਼ੀ ਸਾਨੂੰ ਸਾਈਂ। ਆਮੀਨ। ਥੈਂਕ ਯੂ ਤੁਹਾਡੇ ਸਾਰਿਆਂ ਦਾ ਅੱਜ ਦੀ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਅੱਜ ਦੇ ਇਸ ਐਪੀਸੋਡ ਨਾਲ ਸ਼ਾਮਿਲ ਹੋਇਆ। ਅਸੀਂ ਫਿਰ ਤੁਹਾਡੇ ਨਾਲ Thursday ਨੂੰ ਇਸ ਤਰ੍ਹਾਂ ਮਿਲ ਕੇ ਜ਼ਬੂਰਾਂ ਤੇ ਸਟੱਡੀ ਕਰਾਂਗੇ। ਥੈਂਕ ਯੂ। ਓਕੇ, ਬਾਏ ਬਾਏ। बाय।